गुरु वाहे 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 गुरु। श्री वाहिगुरु जी का खालसा वाहिगुरु जी की फतेह। ਸਰਵਣ ਕਰੋ ਜੀ ਕਥਾ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਤੋਂ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਜਦੋਂ ਬਾਣੀ ਪੜੀ ਜਾਏਗੀ ਸਾਧ ਸੰਗਤ, ਲਾਮ ਦਾ ਅਰਥ ਵੀ ਵਿਦਵਾਨਾਂ ਨੇ ਜੁੜਨਾ ਕੀਤਾ। ਵੈਸੇ ਕਈ ਵਿਦਵਾਨਾਂ ਨੇ ਕੱਟਣਾ ਵੀ ਕੀਤਾ, ਪਰ ਇਹ ਲਾਮ ਦਾ ਅਰਥ ਵੀ ਜੁੜਨਾ ਹੈ। ਇਹਦੇ ਵਿੱਚ ਇਹ ਧਿਆਨ ਰੱਖਿਓ, ਜਦੋਂ ਲਾਮਾਂ ਦਾ ਪਾਠ ਸ਼ੁਰੂ ਹੋਣਾ ਹੈ, ਲਾਮਾਂ ਉਹੀ ਹੋਣਗੀਆਂ ਸਾਰਿਆਂ ਦੇ ਆਨੰਦ ਕਾਰਜ ਜਿਹਦੇ ਵੀ ਹੋਣਗੇ। 4 ਲਾਮਾਂ ਤਾਂ ਉਹੀ ਪੜੀਆਂ ਜਾਣੀਆਂ, ਵੱਖਰੀਆਂ ਨਹੀਂ। ਪਰ ਇੱਕ ਚੀਜ਼ ਬੜੀ ਕਮਾਲ ਦੀ ਹੈ, 2 ਅਰਦਾਸਾਂ ਹੋਣੀਆਂ ਨੇ, 2 ਹੁਕਮਨਾਮੇ ਹੋਣੇ ਨੇ। ਹੁਕਮਨਾਮੇ ਵੱਖਰੇ ਵੱਖਰੇ ਹੋਣਗੇ। ਕਿਸੇ ਦੇ ਆਨੰਦ ਕਾਰਜ ਤੇ ਕੋਈ ਹੁਕਮਨਾਮਾ ਆ ਰਿਹਾ, ਕਿਸੇ ਦੇ ਆਨੰਦ ਕਾਰਜ ਤੇ ਕੋਈ ਲਾਮਾ ਉਹੀਓ ਪੜੀਆਂ ਗਈਆਂ ਨੇ। ਉਹ ਧਿਆਨ ਨਾਲ ਗੁਰੂ ਦਾ ਹੁਕਮ ਸੁਣਨਾ ਚਾਹੀਦਾ। ਪਹਿਲਾਂ ਇੱਕ ਹੁਕਮਨਾਮਾ ਲੈਣਾ ਹੈ, ਛੋਟੀ ਅਰਦਾਸ ਹੋਣੀ ਹੈ, ਬੱਚਾ ਬੱਚੀ ਖੜਨਗੇ, ਦੋਵਾਂ ਦੇ ਪੇਰੈਂਟਸ ਖੜਨਗੇ, ਆਗਿਆ ਲੈਣੀ ਹੈ, ਉਦੋਂ ਮਹਾਰਾਜ ਹੁਕਮ ਦੇਣਗੇ। ਫਿਰ ਲਾਵਾਂ ਦਾ ਪਾਠ ਹੋਣਾ ਹੈ, ਫਿਰ ਅਖੀਰ ਤੇ ਹੁਕਮ ਦੇਣਗੇ। ਵਿਚਕਾਰ ਜਦੋਂ ਅਰਦਾਸ ਕਰਕੇ ਹੁਕਮ ਲੈ ਕੇ ਪੱਲਾ ਫੜਾਉਣ ਦੀ ਗੱਲ ਚੱਲਣੀ ਹੈ। ਇਹ ਬੜਾ ਅਹਿਮ ਅੰਗ ਹੈ। ਪਿਓ ਜਦੋਂ ਆਪਣੀ ਧੀ ਦਾ ਪੱਲਾ ਫੜਾਉਂਦਾ, ਕਿੰਨਾ ਵੀ ਦਿਲੋਂ ਸਖਤ ਹੋਵੇ, ਸੱਜਣੋਂ ਧੀ ਦੇ ਹੱਥ ਪੱਲਾ ਫੜਾਉਣ ਲੱਗਿਆਂ ਇਹ ਸੱਚ ਹੈ, ਉਹਦੇ ਹੰਝੂ ਜ਼ਰੂਰ ਆ ਜਾਂਦੇ ਨੇ। ਮੈਂ 25 ਸਾਲ ਪਾਲਿਆ ਆਪਣੀ ਧੀ ਨੂੰ, ਅੱਜ ਕਿਸੇ ਹੋਰ ਦੇ ਲੜ ਲਾਉਣ ਲੱਗਾ। ਇਹ ਸਭ ਤੋਂ ਕੀਮਤੀ ਪ੍ਰਾਪਰਟੀ ਹੈ, ਸਭ ਤੋਂ ਕੋਸਟਲੀ ਪ੍ਰਾਪਰਟੀ ਸੀ। ਜਦੋਂ ਉਹ ਪਿਓ ਦੀਆਂ ਅੱਖਾਂ ਵਿੱਚ ਹੰਝੂ ਆਉਂਦੇ ਨੇ, ਉਦੋਂ ਸ਼ਬਦ ਪੜਿਆ ਜਾਂਦਾ ਹੈ। ਕੀਰਤਨੀ ਇੱਥੋਂ ਸ਼ਬਦ ਪੜਨਗੇ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਝਾਈ ਛੋੜਿਆ, ਹਬ ਕੁਛ ਤਿਆਗੀ ਹੱਬੇ ਸਾਹ ਕੋ ਕੂੜਾਵੜੇ ਡਿੱਠੇ ਤੋਂ ਪੱਲੇ ਟੰਡੇ ਲੱਗੀ। ਭਾਵੇਂ ਇਹਦਾ ਭਾਵ ਅਧਿਆਤਮਕ ਹੈ, ਪਰ ਉਸ ਵਕਤ ਬੱਚਿਆਂ ਵਾਸਤੇ ਉਹ ਸ਼ਬਦ ਪੜਿਆ ਗਿਆ, ਉਹਦੀ ਇੱਕ ਮਹੱਤਤਾ ਸੀ। ਬੇਟਾ ਅੱਜ ਤੈਨੂੰ ਇਹਦੇ ਲੜ ਲਾਇਆ, ਤੂੰ 2 ਚੀਜ਼ਾਂ ਦਾ ਖਿਆਲ ਰੱਖਣਾ। ਜੇ ਲੜ ਲੱਗੀ ਨਿਭਣਾ ਚਾਹੁੰਦੀ ਵੀ ਨਿਭ ਜਾਏ, ਤਾਂ ਉਸਤਤ ਨਿੰਦਾ 2 ਹੀ ਛੱਡਣੀਆਂ ਪੈਣਗੀਆਂ। ਮੈਂ ਇਹਨੂੰ ਇਸ ਤਰੀਕੇ ਨਾਲ ਬਿਆਨ ਕਰਦਾ ਹੁੰਦਾ, ਅਰਥਾਂ ਦਾ ਕੋਈ ਦਾਵਾ ਨਹੀਂ ਹੈ। ਕਥਾਵਾਚਕ ਦੇ ਸ਼ਬਦ ਮੁੱਕ ਸਕਦੇ ਨੇ, ਉਹਦਾ ਵਿਖਿਆਨ ਮੁੱਕ ਸਕਦਾ ਹੈ, ਉਹਦੀ ਕਹਿਣ ਦੀ ਸੀਮਾ ਸ਼ਕਤੀ ਮੁੱਕ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਆਖਿਆ ਜਿਹੜੀ ਹੈ, ਉਹ ਕਦੇ ਪੂਰੀ ਨਹੀਂ ਹੋ ਸਕਦੀ, ਉਹ ਕਦੇ ਪੂਰੀ ਨਹੀਂ ਹੋ। ਜਦੋਂ ਉਸਤਤ ਨਿੰਦਾ ਦਾ ਸ਼ਬਦ ਪੜਿਆ, ਦੋਵੇਂ ਛੱਡਣ ਦੀ ਲੋੜ ਕਹੀ। ਨਿੰਦਿਆ ਤਾਂ ਚਲੋ ਮਾੜੀ ਹੈ, ਉਸਤਤ ਕਿਉਂ ਛੱਡਣੀ ਹੈ ਬਈ? ਨਿੰਦਿਆ ਤਾਂ ਮਾੜੀ ਹੈ। ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ, ਇਹ ਤੇ ਗੱਲ ਠੀਕ ਹੈ, ਪਰ ਉਸਤਤ ਕਿਉਂ ਤਿਆਗਣੀ ਹੈ? ਉਹ ਬਹੁਤ ਵਿਚਾਰਮੰਦ ਬੰਦਿਆਂ ਕੋਲੋਂ, ਇਹ ਬਜ਼ੁਰਗਾਂ ਤੋਂ ਮੈਂ ਸਿੱਖਿਆ। ਧੀਏ ਅੱਜ ਤੇਰੇ ਆਨੰਦ ਕਾਰਜ ਹੋਣ ਲੱਗੇ ਨੇ, ਜਿਹਦੇ ਲੜ ਲਾਇਆ, ਹੁਣ ਸਹੁਰੇ ਘਰ ਜਾ ਕੇ ਇਸ ਗੱਲ ਦਾ ਖਿਆਲ ਰੱਖੀ, ਉੱਥੇ ਕਿਤੇ ਪੇਕਿਆਂ ਦੀ ਉਸਤਤ ਨਾ ਕਰੀ ਜਾਈ, ਸਹੁਰੇ ਘਰ ਵਿੱਚ ਵਸਣਾ ਔਖਾ ਹੋ ਜਾਏਗਾ। ਪੇਕੇ ਘਰ ਵਿੱਚ ਆ ਕੇ ਸਹੁਰਿਆਂ ਦੀ ਨਿੰਦਿਆ ਨਾ ਕਰੀ। 2 ਚੀਜ਼ਾਂ ਤੇ ਅੱਗਣੀਆਂ ਪੈਣਗੀਆਂ। ਕਿਉਂ? ਜਿਸ ਘਰ ਵਿੱਚ ਵਿਆਹੀ ਜਾ ਰਹੀ ਹੈ, ਉੱਥੇ ਹੋ ਸਕਦਾ ਹੈ ਪੇਕਿਆਂ ਵਰਗਾ ਮਾਹੌਲ ਨਹੀਂ ਹੋਏਗਾ। ਉਸ ਘਰ ਵਿੱਚ ਉਹਨਾਂ ਦਾ ਵੱਖਰਾ ਮਾਹੌਲ ਹੈ। ਤੈਨੂੰ ਉਹਦੇ ਮੁਤਾਬਕ ਆਪਣੇ ਆਪ ਨੂੰ ਆਫਟਰ ਮੈਰਿਜ ਆਪਣਾ ਸੁਭਾਅ, ਆਪਣੀਆਂ ਹੈਬਿਟਸ ਚੇਂਜ ਕਰਨੀਆਂ ਪੈਣਗੀਆਂ। ਜਿਹੜੀਆਂ ਬੱਚੀਆਂ ਸਹੁਰੇ ਘਰ ਜਾ ਕੇ ਕਹਿਣ, ਲੈ ਇੱਥੇ ਕੀ ਹੈ, ਮੇਰੇ ਪੇਕੇ ਘਰ ਤਾਂ 3 ਵਕਤ ਤਾਜ਼ੀ ਸਬਜ਼ੀ ਬਣਦੀ ਹੈ, ਅਸੀਂ ਤਾਂ ਕੱਪੜੇ ਹੀ ਜਾ ਕੇ ਫਲਾਨੀ ਮਾਰਕੀਟ ਤੋਂ ਖਰੀਦੀਦੇ ਨੇ, ਮੈਂ ਤਾਂ ਬ੍ਰਾਂਡ ਤੋਂ ਘੱਟ ਕੱਪੜਾ ਹੀ ਨਹੀਂ ਪਾਉਂਦੀ। ਉਹ ਪੇਕਿਆਂ ਦੀ ਉਸਤਤ ਕਰੇ, ਸਹੁਰੇ ਘਰ ਦੇ ਮਾਹੌਲ ਨੂੰ ਐਕਸੈਪਟ ਨਹੀਂ ਕਰ ਸਕੀ। ਉਸ ਨਿੰਦਿਆ ਵਿੱਚ, ਉਸ ਉਸਤਤ ਦੀ ਝਗੜੀ, ਉੱਧਰ ਉਸਤਤ, ਸਹੁਰਿਆਂ ਦੀ ਨਿੰਦਿਆ, ਉੱਥੇ ਕੀ ਹੈ, ਕੱਖ ਵੀ ਨਹੀਂ।
ਫਿਰ ਨਹੀਂ ਵਸੇਗਾ। ਉਹਨੂੰ ਤਿਆਗਣਾ ਪੈਣਾ ਉਹ ਸਭ ਕੁਝ। ਜਿਹੋ ਜਿਹੇ ਮਾਹੌਲ ਵਿੱਚ, ਜਿਸ ਤਰ੍ਹਾਂ ਦੇ ਪਰਿਵਾਰ ਵਿੱਚ ਉਹ ਬੱਚੀ ਜਾ ਰਹੀ ਹੈ, ਉਹਦੇ ਮੁਤਾਬਕ ਆਪਣਾ ਮਾਨਸਿਕ ਅੰਦਰ ਦਾ ਸਿਸਟਮ ਉਹਨੂੰ ਬਦਲਣਾ ਪਏਗਾ। ਇਹੀਓ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਿਹਾ, ਭਾਈ ਜੇ ਵਸੇਬਾ ਕਰਨਾ ਫਿਰ ਆਫਟਰ ਮੈਰਿਜ ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ। ਆਪਣੇ ਅੰਦਰ ਪਰਿਵਰਤਨ ਲਿਆਉਣਾ ਪਏਗਾ, ਤਬਦੀਲੀ ਲਿਆਉਣੀ ਪਏਗੀ। ਆਫਟਰ ਮੈਰਿਜ ਜਿਹੜੇ ਲੋਕ ਆਪਣੀਆਂ ਹੈਬਿਟਸ ਨਹੀਂ ਚੇਂਜ ਕਰਦੇ, ਉਹਨਾਂ ਦੀ ਜ਼ਿੰਦਗੀ ਵਿੱਚ ਪ੍ਰੋਬਲਮਸ ਰਹਿੰਦੀਆਂ ਨੇ। ਤੁਸੀਂ ਵੇਖਿਓ ਜਦੋਂ ਵਿਆਹ ਦੇ ਕਾਰਡ ਛਪਾਉਂਦੇ ਹੋ, ਉਹਦੇ ਉੱਤੇ ਲਿਖਿਆ ਹੁੰਦਾ ਕਾਕਾ ਜੀ, ਜਾਂ ਉਧਰੋਂ ਪਾਸਿਓਂ ਬੇਟੀ, ਆ ਸਾਡੇ ਬੇਟੇ ਦਾ ਵਿਆਹ ਹੈ, ਸਪੁੱਤਰ ਸਪੁੱਤਰੀ, ਇਹੀ ਲਿਖਿਆ ਹੁੰਦਾ। ਆਨੰਦ ਕਾਰਜ ਤੋਂ ਬਾਅਦ ਇੱਕ ਨਵਾਂ ਰਿਸ਼ਤਾ ਹੁੰਦਾ, ਉਹਦੇ ਬਾਰੇ ਪਹਿਲਾਂ ਨਹੀਂ ਕਿਸੇ ਕਾਰਡ ਉੱਤੇ ਲਿਖਿਆ ਜਾਏਗਾ, ਨਾ ਪਹਿਲਾਂ ਉਸ ਰਿਸ਼ਤੇ ਨਾਲ ਸੰਬੋਧਨ ਕੀਤਾ ਜਾਣਾ। ਜਦੋਂ 4 ਲਾਵਾਂ ਹੋਣੀਆਂ, ਉਦੋਂ ਕੰਤ ਤੇ ਸੁਹਾਗਣ ਦਾ ਰਿਸ਼ਤਾ ਗੁਰੂ ਕੋਲੋਂ ਸ਼ੁਰੂ ਹੋਣਾ, ਪਤੀ ਤੇ ਪਤਨੀ ਦਾ ਰਿਸ਼ਤਾ 4 ਲਾਵਾਂ ਤੋਂ ਬਾਅਦ ਸ਼ੁਰੂ ਹੋਣਾ। ਔਰ ਜੇ ਉਹ ਰਿਸ਼ਤਾ ਸ਼ੁਰੂ ਹੋਇਆ, ਉਹਦੀਆਂ ਰਿਸਪੌਂਸਿਬਿਲਿਟੀਜ਼ ਵੀ ਨੇ, ਉਹਦੀਆਂ ਜ਼ਿੰਮੇਵਾਰੀਆਂ ਨੇ। ਵਿਆਹ ਤੋਂ ਪਹਿਲਾਂ, ਮੈਰਿਜ ਤੋਂ ਪਹਿਲਾਂ ਲੜਕਾ ਜਿਹੜਾ ਹੈ ਉਹ ਆਪਣੇ ਫਰੈਂਡਾਂ ਵਿੱਚ 9 ਵਜੇ ਤੱਕ ਬਹਿੰਦਾ, 10 ਵਜੇ ਤੱਕ ਬਹਿੰਦਾ। ਤੁਸੀਂ ਸਾਰੇ ਆਪਾਂ ਬੱਚਿਆਂ ਵਾਲੇ ਆ, ਜਦੋਂ ਬੱਚਾ ਜਵਾਨ ਹੋ ਜਾਂਦਾ ਮਾਂ ਪਿਓ ਦਾ ਉੱਤੇ ਬਹੁਤਾ ਜ਼ੋਰ ਨਹੀਂ ਰਹਿੰਦਾ। ਤੁਸੀਂ 9 ਵਜੇ ਉਹਨੂੰ ਫੋਨ ਕਰੋ ਰਾਤ ਨੂੰ, ਉਹ ਕਹਿੰਦਾ ਮੰਮਾ ਕੀ ਫੋਨ ਕਰੀ ਜਾਂਦੇ, ਮੈਂ ਆਪਣੇ ਫਰੈਂਡਾਂ 'ਚ ਬੈਠਾ, ਆ ਜਾਵਾਂਗਾ। ਤੁਸੀਂ ਕਿੰਨੀ ਕੁ ਵਾਰ ਉਹਨੂੰ ਕਾਲ ਕਰੋਗੇ, ਕਿੰਨੇ ਕੁ ਦਿਨ ਉਹਨੂੰ ਕਹੋਗੇ? ਉਹ ਜਿੱਦੀ ਹੋ ਜਾਏਗਾ। ਮਾਂ ਪਿਓ ਨੂੰ ਕਹਿ ਦਿੰਦਾ ਮੈਂ ਹੁਣ ਬੱਚਾ ਥੋੜੀ ਹੈ, ਮੈਂ ਆ ਜਾਵਾਂਗਾ, ਮੈਂ ਆਪਣੇ ਫਰੈਂਡਾਂ 'ਚ ਬੈਠਾ, ਕੋਈ ਬਰਥਡੇ ਪਾਰਟੀ ਚੱਲਦੀ, ਕੋਈ ਆ ਚੱਲਦਾ, ਉਹ ਜਵਾਬ ਦਿੰਦਾ ਤੁਹਾਨੂੰ। ਤੁਸੀਂ ਵਾਰ-ਵਾਰ ਨਹੀਂ ਉਹਨੂੰ ਟੋਕ ਰੋਕ ਸਕਦੇ। ਪਰ ਆਫਟਰ ਮੈਰਿਜ ਉਹਨੂੰ ਸਮਝਾਉਣ ਦੀ ਲੋੜ ਹੈ, ਅੱਜ ਤੋਂ ਬਾਅਦ ਤੇਰੀ ਜ਼ਿੰਮੇਵਾਰੀ ਵੱਧ ਗਈ ਹੈ। ਹੁਣ ਤੈਨੂੰ ਘਰ ਦਾ, ਤੂੰ ਪਤੀ ਹੋਣ ਦਾ ਤੈਨੂੰ ਇੱਕ ਰਿਸ਼ਤਾ ਮਿਲਿਆ, ਹੁਣ ਤੇਰੀ ਜ਼ਿੰਮੇਵਾਰੀ ਵੱਧ ਗਈ ਹੈ। ਹੁਣ ਤੈਨੂੰ ਘਰ ਵਿੱਚ ਕੋਈ ਉਡੀਕ ਰਿਹਾ। ਔਰ ਮੈਂ ਅਕਸਰ ਕਹਿੰਦਾ ਹੁੰਦਾ, ਜਿਸ ਘਰ ਵਿੱਚ ਸੁਆਣੀ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਜਾਗਣ ਲੱਗ ਜਾਏ, ਸੂਰਜ ਚੜ੍ਹਨ ਤੋਂ ਪਹਿਲਾਂ ਘਰ ਦੀ ਮਾਲਕ ਸੁਆਣੀ ਜਾਗਣ ਲੱਗ ਜਾਏ, ਔਰ ਸੂਰਜ ਡੁੱਬਣ ਤੋਂ ਪਹਿਲਾਂ ਬੰਦਾ ਕੰਮ ਤੋਂ ਘਰ ਆਉਣ ਲੱਗ ਜਾਏ, ਉਸ ਘਰ ਵਿੱਚ ਬਰਕਤਾਂ ਵੀ ਪੈਂਦੀਆਂ ਤੇ ਸਵਰਗ ਵੀ ਬਣ ਜਾਂਦਾ। ਜਿੱਥੇ ਕੋਈ ਟਾਈਮ ਟੇਬਲ ਨਹੀਂ ਹੈ, ਪਤਨੀ ਦੀ ਇੱਕ ਜ਼ਿੰਮੇਵਾਰੀ ਬਣ ਗਈ, ਉਹਨੇ ਪਤੀ ਦਾ ਹਿਸਾਬ ਮੰਗਣਾ ਜੀ। 6 ਵਜੇ ਦੀ ਜੌਬ ਮੁੱਕੀ ਹੈ, 8 ਵਜ ਗਏ, ਕਿੱਥੇ ਰਹੇ ਹੋ? ਤੁਹਾਡੀ ਤਨਖਾਹ ਇੰਨੀ ਸੀ ਤੇ ਇੰਨੀ ਆਈ ਹੈ, ਬਾਕੀ ਕਿੱਧਰ ਗਈ? ਉਹਦਾ ਪੁੱਛਣਾ ਅਧਿਕਾਰ ਹੈ। ਜਿਹੜੇ ਨਹੀਂ ਪੁੱਛਦੇ, ਉਹਨਾਂ ਦੇ ਘਰਾਂ ਵਿੱਚ ਅੱਗੇ ਜਾ ਕੇ ਫਿਰ ਬਹੁਤ ਪ੍ਰੋਬਲਮਸ ਕ੍ਰੀਏਟ ਹੁੰਦੀਆਂ। ਪਾਤਸ਼ਾਹ ਲਾਮ ਵਿੱਚ ਹੀ ਕਹਿਣਗੇ ਨਾ, ਜਦੋਂ ਦੂਜੀ ਲਾਮ, ਤੁਸੀਂ ਇਹ ਸ਼ਬਦ ਲਿਖਿਆ ਹੋਇਆ, ਜਦੋਂ ਦੂਸਰੀ ਲਾਮ ਵਿੱਚ ਅੱਗੇ ਜਾਓਗੇ, ਉੱਥੇ ਲਿਖਿਆ ਹੋਣਾ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ। ਪਤੀ ਪਤਨੀ ਨੇ ਇੱਕ ਦੂਜੇ ਦਾ ਨਿਰਮਲ ਭਉ, ਭਉ ਮੀਨਿੰਗ ਡਰ ਰੱਖਣਾ। ਪਤੀ ਆਪਣੀ ਪਤਨੀ ਤੋਂ ਡਰੇ ਔਰ ਪਤਨੀ ਆਪਣੇ ਪਤੀ ਦਾ ਡਰ ਰੱਖੇ। ਨਿਰਮਲ ਭਉ, ਜਿਹੜੀ ਗੱਲੋਂ ਪਤੀ ਨਾਰਾਜ਼ ਹੁੰਦਾ, ਪਤਨੀ ਉਹ ਗਲਤੀ ਨਾ ਕਰੇ। ਜਿਹੜੀ ਗੱਲੋਂ ਪਤਨੀ ਨਾਰਾਜ਼ ਹੋ ਰਹੀ ਹੈ, ਪਤੀ ਉਹ ਗਲਤੀ ਨਾ ਕਰੇ। ਇਹ ਜ਼ਿੰਦਗੀ ਸਵਰਗ ਬਣ ਜਾਂਦੀ। ਇਸ ਤੋਂ ਉੱਪਰ ਦੁਨੀਆ 'ਚ ਕੋਈ ਸਵਰਗ ਨਹੀਂ ਹੈ। ਇਸ ਤੋਂ ਉੱਪਰ, ਇਸ ਰਿਸ਼ਤੇ ਤੋਂ ਉੱਪਰ ਦੁਨੀਆ 'ਚ ਕੋਈ ਸਵਰਗ ਨਹੀਂ। ਤੁਸੀਂ ਬੱਚੇ ਵੱਡੇ ਕਰ ਲਓਗੇ, ਪੜ੍ਹਾ ਲਿਖਾ ਕੇ ਵਿਆਹ ਦੋਗੇ, ਅਖੀਰ ਦੋਵਾਂ ਜਣਿਆਂ ਦਾ ਰਿਸ਼ਤਾ ਦੁੱਖ ਸੁੱਖ ਵਿੱਚ ਦੋਏ ਇਕੱਠੇ ਰਹਿ ਜਾਣਗੇ। ਮਾਫ ਕਰਿਓ, ਬਿਰਧ ਅਵਸਥਾ ਵਿੱਚ ਪੋਤੇ ਪੋਤੀਆਂ ਆਪਣਾ ਜੁਦਾ ਪੜ੍ਹਦੇ ਨੇ, ਮੇਰੀ ਪੜ੍ਹਾਈ ਹੈ, ਮੇਰੇ ਐਗਜ਼ਾਮ ਚੱਲਦੇ ਨੇ, ਤੁਹਾਡੇ ਕੋਲ ਨਹੀਂ ਬੈਠਣਗੇ। ਪੁੱਤਰ ਧੀਆਂ, ਜਿਹੜੇ ਪੁੱਤਰ ਨੋਹਾਂ, ਉਹਨਾਂ ਦੇ ਕੰਮ ਨਹੀਂ ਮੁੱਕਣਗੇ। ਭਾਈ ਆਪਾਂ ਜਿਹੜੇ ਪਤੀ ਪਤਨੀ ਜਦੋਂ ਰਹਿ ਜਾਣੇ, ਉਹੀ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ। ਉਹ ਰਿਸ਼ਤਾ ਸਭ ਤੋਂ ਵੱਡਾ ਸਵਰਗ ਵਾਲਾ ਰਿਸ਼ਤਾ ਹੈ। ਉਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ। ਉਹ ਅਖੀਰ ਤੱਕ ਤਾਂ ਨਿਭਣਾ ਜੇ ਮਰਿਆਦਾ ਵਿੱਚ ਹੋਏਗਾ। ਮਰੀਆ ਭਾਵ ਮਰਿਆਦਾ ਵਿੱਚ ਚੱਲਣ ਵਾਲਾ ਪਾਣੀ ਬਹੁਤ ਦੂਰ ਤੱਕ ਜਾਂਦਾ ਹੈ, ਸਾਗਰ ਤੱਕ ਪਹੁੰਚ ਜਾਂਦਾ ਹੈ। ਰਿਸ਼ਤਾ ਮਰਿਆਦਾ ਵਿੱਚ ਚੱਲੇ ਤਾਂ ਬਹੁਤ ਸੁੱਖ ਹੁੰਦੇ ਨੇ ਇਸ ਰਿਸ਼ਤੇ ਵਿੱਚ। ਇਹਦੀ ਮਰਿਆਦਾ ਕੀ ਹੈ? ਪਹਿਲੀ ਆਪਣਾ ਆਦਤ ਬਦਲਣੀ, ਦੂਜਾ ਉਹਨਾਂ ਦ੍ਰਿੜਾਇਆ ਬਲਰਾਮ ਜੀਓ, ਵਿਸ਼ਵਾਸ ਰੱਖਣਾ ਇੱਕ ਦੂਜੇ ਤੇ। ਪਤੀ ਪਤਨੀ ਦਾ ਇੱਕ ਦੂਜੇ ਤੇ ਵਿਸ਼ਵਾਸ ਹੋਣਾ ਚਾਹੀਦਾ। ਸਭ ਤੋਂ ਕੀਮਤੀ ਚੀਜ਼ ਵਿਸ਼ਵਾਸ ਹੈ। ਜੇ ਦੋਵਾਂ ਵਿੱਚ ਵਿਸ਼ਵਾਸ ਹੈ, ਰਿਸ਼ਤਾ ਬੜਾ ਸੁੱਖਾਂ ਨਾਲ ਨਿਭਦਾ ਹੈ। ਜੇ ਵਿਸ਼ਵਾਸ ਨਹੀਂ, ਫਿਰ ਇਹ ਰਿਸ਼ਤਾ ਨਹੀਂ ਅੱਗੇ ਤੁਰਦਾ। ਸਭ ਤੋਂ ਕੀਮਤੀ ਚੀਜ਼ ਵਿਸ਼ਵਾਸ। ਕਦੇ ਬੇਵਿਸ਼ਵਾਸੀ ਨਹੀਂ ਲਿਆਉਣੀ ਦੋਵਾਂ ਨੇ ਇੱਕ ਦੂਜੇ ਵਿੱਚ। ਇਹ ਅਸੀਂ ਸਮਝਾਉਣਾ ਸੀ ਲੋਕਾਂ ਨੂੰ, ਇੱਕ ਦੂਜੇ ਉੱਤੇ ਵਿਸ਼ਵਾਸ ਰੱਖਣਾ ਸੀ, ਇੱਕ ਦੂਜੇ ਦਾ ਨਿਰਮਲ ਭਉ ਰੱਖਣਾ ਸੀ। ਔਰ ਅਗਲੀ ਗੱਲ,
ਇਹ ਅੱਜ ਦੀ ਟੈਨਸ਼ਨ ਦੀ ਜ਼ਿੰਦਗੀ ਵਿੱਚ ਹਰ ਬੰਦੇ ਨੂੰ ਕ੍ਰੋਧ ਬਹੁਤ ਆਉਂਦਾ ਹੈ, ਗੁੱਸਾ ਬਹੁਤ ਆਉਂਦਾ ਹੈ। ਇਹ ਧਰਮ ਦਾ ਰਿਸ਼ਤਾ ਪਤਾ ਗ੍ਰਸਥ ਧਰਮ ਹੈ ਕਿਉਂ ਕਿਹਾ? ਲੋਕ ਕਹਿੰਦੇ ਨੇ ਮੇਰੀ ਧਰਮ ਪਤਨੀ ਹੈ, ਉਹਦਾ ਭਾਵ ਹੀ ਇਹ ਹੈ ਜੇ ਪਤੀ ਨੂੰ ਗੁੱਸਾ ਆਵੇ ਪਤਨੀ ਦਾ ਧਰਮ ਹੈ, ਉਨੀ ਦੇਰ ਉਹ ਚੁੱਪ ਰਵੇ, ਸ਼ਾਂਤ ਰਵੇ, ਮੋਰੇ ਆਰਗੂਮੈਂਟ ਨਾ ਕਰੇ। ਇੱਕ ਚੁੱਪ 100 ਸੁੱਖ। ਮੇਰੀਆਂ ਤਾਂ ਸਿੱਧੀਆਂ ਗੱਲਾਂ ਨੇ। ਬੰਦੇ ਨੂੰ ਕਿਹੜਾ ਲਿਖ ਕੇ ਦਿੱਤਾ ਹੋਇਆ ਸਟਾਮ ਤੇ ਵੀ ਤੂੰ ਗੁੱਸਾ ਕਰਨਾ? ਬੀਬੀ ਨੂੰ ਵੀ ਕ੍ਰੋਧ ਆ ਸਕਦਾ ਕਦੇ, ਉਹ ਵੀ 5 ਤੱਤਾਂ ਦਾ ਸਰੀਰ ਹੈ। ਜੇ ਬੀਬੀ ਨੂੰ ਕਦੇ ਗੁੱਸਾ ਆ ਜਾਏ, ਪਤੀ ਦਾ ਵੀ ਧਰਮ ਹੈ ਉਹ ਚੁੱਪ ਰਵੇ ਮੋਰੇ। ਕਈ ਲੋਕ ਕਹਿੰਦੇ ਨੇ ਜੀ ਡਰਦੇ ਆਪਣੇ ਪਤਨੀ ਤੋਂ। ਨਹੀਂ ਭਾਈ, ਇਹ ਭੈ ਵਾਲਾ ਰਿਸ਼ਤਾ ਗੁਰੂ ਨੇ ਕਿਹਾ, ਨਿਰਮਲ ਭਉ ਪਾਇਆ, ਗੁਰੂ ਨੇ ਕਿਹਾ ਇਸ ਰਿਸ਼ਤੇ ਵਿੱਚ ਡਰ ਹੋਣਾ ਚਾਹੀਦਾ। ਐ ਨਾ ਕਹੀ ਜਾਵੇ ਵੀ ਜੀ ਇਹ ਤਾਂ ਆਪਣੀ ਪਤਨੀ ਤੋਂ ਡਰਦਾ ਹੈ। ਆਪੋ ਆਪਣੇ ਘਰ ਨੂੰ ਸਵਰਗ ਬਣਾਉਣਾ ਆਪਣੇ ਹੱਥ ਵਿੱਚ ਹੈ। ਭਾਈ ਗੁਰਦਾਸ ਸਾਹਿਬ ਨੇ ਕਿਹਾ ਨਹਿਰ ਕੋ ਕੁਹਾਰ ਕੰਨਿਆ ਲਾਡਲੀ ਕੇ ਜਾਨੀਆ ਤਾਂ ਵਿਆਹੇ ਸਸੁਰਾਰ ਜਾਏ ਗੁੰਨਨ ਕਹਿ ਮਾਨੀਏ। ਕਹਿੰਦੇ ਪੇਕੇ ਘਰ ਦਾ ਲਾਡਲੀ ਆ, ਦੁੱਧ ਉਬਲ ਜਾਏ ਮਾਂ ਕਦੇ ਵੀ ਨਹੀਂ ਕਹਿੰਦੀ ਮੇਰੀ ਬੱਚੀ ਤੋਂ ਗਲਤੀ ਹੋਈ ਹੈ। ਚੰਗੀ ਤਰ੍ਹਾਂ ਉਤੋਂ ਮਸ਼ੀਨ 'ਚ ਕੱਪੜੇ ਨਾ ਧੋ ਹੋਣ, ਮਾਂ ਕਦੇ ਵੀ ਨਹੀਂ ਕਹਿੰਦੀ ਮੇਰੀ ਬੱਚੀ ਤੋਂ ਗਲਤੀ ਹੋਈ ਹੈ। ਅੱਛਾ ਦੇਰ ਨਾਲ ਉੱਠੇ ਧੀ, 9 ਵਜੇ ਜਾਗੇ, ਛੁੱਟੀ ਵਾਲੇ ਦਿਨ 10 ਵਜੇ ਜਾਗੇ, ਮਾਂ ਕਦੇ ਵੀ ਨਹੀਂ ਕਹਿੰਦੀ ਤੂੰ ਲੇਟ ਉੱਠ ਰਹੀ ਹੈ। ਕਿਉਂ? ਲਾਡ ਕਰਦੀ ਹੈ। ਕੱਲ ਮੇਰੀ ਧੀ ਥੱਕ ਗਈ, ਪੜ੍ਹਾਈ ਬਹੁਤ ਸੀ, ਕੱਲ ਇਹਨੂੰ ਕੰਮ ਬਹੁਤ ਸੀ, ਉਹ ਉਹਨੂੰ ਲਾਡ ਕਰਦੀ ਹੈ। ਜਦੋਂ 9 ਘਰ ਵਿੱਚ ਆ ਜਾਂਦੀ ਹੈ, ਉਹ ਦੇਰ ਨਾਲ ਉੱਠੇ, ਉਹਨੂੰ ਔਗਣ ਮੰਨਿਆ ਜਾਂਦਾ, ਉਹਨੂੰ ਔਗਣ ਮੰਨਿਆ ਜਾਂਦਾ। ਦੇਰ ਨਾਲ ਕਿਉਂ ਉੱਠੀ ਹੈ? ਭਾਈ ਗੁਰਦਾਸ ਜੀ ਨੇ ਸਮਝਾਇਆ ਆਫਟਰ ਮੈਰਿਜ ਤੇਰੀ ਰਿਸਪੌਂਸਿਬਿਲਟੀ ਵੱਧ ਗਈ ਹੈ। ਹੁਣ ਉਹ ਚੀਜ਼ ਨਹੀਂ। ਨਹਿਰ ਕੋ ਕੁਹਾਰ ਕੰਨਿਆ ਲਾਡਲੀ ਕੇ ਮਾਨੀਅਤ, ਵਿਆਹੇ ਸਸੁਰਾਰ ਜਾਏ ਗੁਣਨ ਕੈ ਮਾਨੀਏ। ਉੱਥੇ ਗੁਣ ਵੇਖੇ ਜਾਣਗੇ। ਉੱਥੇ ਅੰਮ੍ਰਿਤ ਵੇਲਾ ਉੱਠਣਾ ਗੁਣ ਵਿੱਚ ਹੈ। ਹੁਣ ਅਸੀਂ ਹਰੇਕ ਚੀਜ਼ ਵਿੱਚ ਬਰਾਬਰਤਾ ਚਾਹੁੰਦੇ ਹਾਂ ਵੀ ਆਹ ਚੀਜ਼ ਵੀ ਇਸ ਦਾ ਬਰਾਬਰ ਹੋਣਾ ਚਾਹੀਦਾ ਹੈ। ਆਪੋ ਆਪਣੀ ਜ਼ਿੰਮੇਵਾਰੀ ਜਦੋਂ ਸਮਝਣ ਲੱਗ ਪਏ ਫਿਰ ਘਰ ਸਵਰਗ ਬਣ ਜਾਂਦਾ ਹੈ। ਆਫਟਰ ਮੈਰਿਜ ਬੱਚੇ ਜਾਂ ਉਹ ਬੱਚੀ ਨਹੀਂ ਰਹੇ, ਉਹਦੀ ਜ਼ਿੰਮੇਵਾਰੀ ਉਹਨੂੰ ਸਮਝਾਓ ਕੀ ਹੈ। ਜਦੋਂ ਜ਼ਿੰਮੇਵਾਰੀਆਂ ਸਮਝਾਉਣ ਲੱਗ ਪਏ, ਸਮਝਣ ਲੱਗ ਪਏ, ਫਿਰ ਉਹ ਰਿਸ਼ਤਾ ਸੁੱਖਾਂ ਵਾਲਾ ਹੁੰਦਾ ਹੈ। ਇਹ ਨਾ ਮਾਂ ਕਵੇ ਵੀ ਤੂੰ ਫਿਕਰ ਹੀ ਨਾ ਕਰੀ। ਜਦੋਂ ਫੋਨ ਕਰਨਾ, ਮਾਂ ਦਾ ਫਰਜ਼ ਧੀ ਨੂੰ ਸਹੁਰੇ ਘਰ ਫੋਨ ਕਰਕੇ ਪੁੱਛਣਾ ਹੁੰਦਾ ਹੈ, ਪੁੱਤ ਠੀਕ ਠਾਕ ਹੈ ਸਭ, ਤੇਰੀ ਸੱਸ ਕਿੱਦਾਂ, ਤੇਰੇ ਸਹੁਰੇ ਕਿੱਦਾਂ ਨੇ। ਇਹ ਨਹੀਂ ਪੁੱਛਣਾ ਵੀ ਤੈਨੂੰ ਕੁਛ ਕਹਿੰਦੀ ਤੇ ਨਹੀਂ ਤੇਰੀ ਸੱਸ। ਅਸੀਂ ਗੱਲ ਹੀ ਇੱਥੋਂ ਸ਼ੁਰੂ ਕਰਦੇ ਹਾਂ। ਧੀਆਂ ਨੂੰ ਸਿੱਖਿਆ ਹੀ ਇਸ ਤਰੀਕੇ ਨਾਲ ਦੇਣੀ ਸ਼ੁਰੂ ਕਰ ਦਿੱਤੀ। ਪਹਿਲੀਆਂ ਮਾਵਾਂ ਤੁਹਾਡੇ ਜੋ ਬਜ਼ੁਰਗ ਬੈਠੇ ਨੇ, ਬੱਚੀ ਨੂੰ ਇਹ ਕਹਿਣਾ ਪੁੱਤ ਤੁਹਾਨੂੰ ਅਸੀਂ ਬਹੁਤ ਔਖੇ ਹੋ ਕੇ ਪਾਲਿਆ, ਬਹੁਤ ਔਖੇ ਹੋ ਕੇ ਪੜ੍ਹਾਇਆ, ਬੜੇ ਔਖੇ ਹੋ ਕੇ ਤੁਹਾਨੂੰ ਇੱਥੋਂ ਤੱਕ ਪੁੱਤ ਪਾਲ ਕੇ ਪੜ੍ਹਾ ਕੇ ਵੱਡੇ ਕੀਤਾ। ਪੁੱਤ ਗ੍ਰਸਤੀ ਵਿੱਚ ਪਰਿਵਾਰਾਂ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਨੇ, ਬੜੀਆਂ ਉੱਪਰ ਥੱਲੇ ਗੱਲਾਂ ਹੁੰਦੀਆਂ। ਪੁੱਤ ਛੋਟੀ ਛੋਟੀ ਗੱਲ ਉੱਤੇ ਰੁੱਸੀ ਦਾ ਨਹੀਂ, ਇਹ ਮਾਂ ਨੇ ਸਮਝਾਉਣਾ ਸੀ। ਛੋਟੀ ਛੋਟੀ ਗੱਲ ਉੱਤੇ ਨਾਰਾਜ਼ ਨਹੀਂ ਹੋਈਦਾ, ਛੋਟੀ ਛੋਟੀ ਗੱਲ ਤੇ ਗੁੱਸੇ ਨਹੀਂ ਹੋਈਦਾ। ਛੋਟੀਆਂ ਛੋਟੀਆਂ ਗੱਲਾਂ ਪੁੱਤ ਸਹੁਰੇ ਘਰੋਂ ਆ ਕੇ ਪੇਕੇ ਨਹੀਂ ਦੱਸੀ ਦੀਆਂ। ਕਿਉਂ? ਤੂੰ ਉਸ ਘਰ ਦੀ ਮਾਲਕ ਹੈ। ਅਸੀਂ ਬੜੇ ਦੁੱਖ ਚੱਲ ਕੇ ਬੱਚੇ ਪਾਲੇ ਨੇ। ਜੇ ਮਾਂ ਐਂ ਦੱਸੇ ਫਿਰ ਤਾਂ ਧੀ ਬੜੇ ਸੁੱਖਾਂ ਨਾਲ ਸੱਸ ਸਹੁਰੇ ਦੀ ਸੇਵਾ ਕਰੇਗੀ। ਤੇ ਜੇ ਮਾਂ ਐਂ ਕੰਨ 'ਚ ਕਹਿ ਦੇ ਵੀ ਤੂੰ ਫਿਕਰ ਨਾ ਕਰੀ, ਮਾੜਾ ਜਿਹਾ ਫੋਨ ਕਰ ਦੇਈਂ ਅਸੀਂ ਆਏ, ਉਹ ਚੌਥੇ ਦਿਨ ਕਰ ਦਿੰਦੀ ਹੈ। ਉਹ ਚੌਥੇ ਦਿਨ ਹੀ ਸ਼ਿਕਾਇਤਾਂ ਲਾਉਣ ਲੱਗ ਪੈਂਦੀ। ਤੁਸੀਂ ਆਪਣੇ ਜੀਵਨ 'ਚ ਝਾਤ ਮਾਰੋ, ਕਿੰਨੇ ਕਸ਼ਟ ਸਹਿ ਕੇ ਬੱਚੇ ਪਾਲੇ ਨੇ। ਆਪਾਂ ਉਹ ਬੱਚਿਆਂ ਨੂੰ ਉਸ ਵਾਸਤੇ ਮੈਂਟਲੀ ਪ੍ਰਪੇਅਰ ਕਰਨਾ। ਇਹ ਤੇ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਨੇ, ਛੋਟੀ ਮੋਟੀ ਗੱਲਾਂ ਤਾਂ ਘਰਾਂ ਵਿੱਚ ਹੁੰਦੀਆਂ ਰਹਿੰਦੀਆਂ ਨੇ। ਜਦੋਂ ਇਸ ਤਰੀਕੇ ਨਾਲ ਪਰਿਵਾਰ ਵਿੱਚ ਰਵਾਂਗੇ ਫਿਰ ਅਦਬ ਵੱਧਦਾ ਹੈ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੀ ਇਕਲੌਤੀ ਧੀ ਦਾ ਵਿਆਹ ਕੀਤਾ। 5 ਭਰਾਵਾਂ ਦੀ ਇਕਲੌਤੀ ਭੈਣ ਹੈ ਬੀਬੀ ਵੀਰੋ, ਮੀਰੀ ਪੀਰੀ ਦੇ ਮਾਲਕ ਦੀ ਧੀ ਹੈ ਔਰ 5 ਭਰਾਵਾਂ ਦੀ ਭੈਣ ਹੈ। ਵੱਡੇ ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ, ਬਾਬਾ ਅਟਲ ਰਾਏ, ਬਾਬਾ ਸੂਰਜਮਲ, ਧੰਨ ਗੁਰੂ ਤੇਗ ਬਹਾਦਰ ਸਾਹਿਬ, 5 ਭਰਾਵਾਂ ਦੀ ਭੈਣ ਹੈ। ਤੇ ਜਦੋਂ ਮਹਾਰਾਜ ਡੋਲੀ ਬਿਠਾਉਣ ਲੱਗੇ ਨਾ, ਘਰੋਂ ਤੋਰਨ ਲੱਗੇ, ਇੱਕ ਗੱਲ ਕਹੀ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆਇਆ। ਕਹਿੰਦੇ ਧੀਏ ਦੁਨੀਆ ਦਾ ਹਰ ਬਾਪ ਆਪਣੀ ਬੱਚੀ ਨੂੰ ਦਾਜ ਦਿੰਦਾ ਹੈ, ਪਰ ਜਿਹੜਾ ਦਾਜ ਕੱਪੜੇ ਲੱਤੇ ਦਾ ਹੁੰਦਾ ਹੈ ਉਹ 5-10 ਸਾਲਾਂ ਬਾਅਦ ਪੁਰਾਣਾ ਪੈ ਜਾਂਦਾ ਹੈ। ਜਿਹੜਾ ਦਾਜ ਲੋਕ ਦਿੰਦੇ ਨੇ ਪੁੱਤੇ ਤੇ ਪੁਰਾਣਾ ਪੈ ਜਾਂਦਾ ਹੈ, ਟੁੱਟ ਭੱਜ ਜਾਂਦਾ ਹੈ। ਇੱਕ ਦਾਜ ਮੈਂ ਤੈਨੂੰ ਧੀਏ ਦੇਣਾ, ਇਹਨੂੰ ਸਾਂਭ ਕੇ ਰੱਖੀ, ਜਾਂ ਤੇਰਾ ਲੋਕ ਦਾ ਘਰ ਵੀ ਸੁਖੀ ਰਹੇਗਾ, ਅੱਗੇ ਪਰਲੋਕ ਵੀ ਸਬਰੇਗਾ।
ਹੁਣ ਉਹ ਦਾਜ ਕਿਹੜਾ ਹੈ? ਦੋਵੇਂ ਜਣੇ ਭਾਈ ਸਾਧੂ ਤੇ ਬੀਬੀ ਵੀਰੋ ਵਿਆਹ ਹੋ ਕੇ ਹਟੇ, ਡੋਲੀ ਬਿਠਾਉਣ ਲੱਗੇ ਨੇ, ਖਲੋਤੇ ਨੇ, ਹੱਥ ਜੋੜ ਲੈ ਇਸ ਤਰ੍ਹਾਂ, ਮਹਾਰਾਜ ਦਿਓ, ਕਿਉਂਕਿ ਪ੍ਰਸ਼ਾਦ ਇਦਾਂ ਲਈਦਾ ਨਾ, ਇਦਾਂ ਪ੍ਰਸ਼ਾਦ ਲਈਦਾ। ਇਸ ਲਈ ਜਦੋਂ ਲਾਵਾਂ ਹੋਣ ਉਦੋਂ ਦੋਵਾਂ ਸੁਭਾਗ ਭਰੀ ਜੋੜੀ ਦੇ ਹੱਥ ਇਦਾਂ ਜੁੜੇ ਰਹਿਣੇ ਚਾਹੀਦੇ ਨੇ। ਪਰ ਹੁਣ ਕਲਯੁਗ ਇੰਨਾ ਵੱਧ ਗਿਆ, ਮੈਂ ਹੈਰਾਨ ਹੁੰਦਾ, ਲਾਵਾਂ ਤੇ ਬੈਠੇ ਵੀ ਮੋਬਾਈਲ ਨਹੀਂ ਛੱਡਦੇ, ਹੋ ਲਾਵਾਂ ਤੇ ਬੈਠੇ ਵੀ ਮੋਬਾਈਲ ਚੱਲ ਰਿਹਾ। ਇਹ ਸਾਨੂੰ ਸੁਚੇਤ ਹੋ ਕੇ ਟੋਕਣਾ ਪੈਣਾ। ਲੋਕਾਂ ਦੇ ਕੋਲ ਵਕਤ ਨਹੀਂ ਹੈ, ਰਾਤ ਨੂੰ 12 ਵਜੇ ਤੱਕ ਡੀਜੇ ਚੱਲਦੇ ਰਹਿੰਦੇ ਨੇ, ਕੋਈ ਨਹੀਂ ਰੋਕਦਾ ਵੀ ਬੰਦ ਕਰ ਦਿਓ। ਸਵੇਰੇ 10-11 ਵਜੇ ਤੱਕ ਟਾਈਆਂ ਨਹੀਂ ਸੂਤ ਆਉਂਦੀਆਂ, ਕੋਟ ਪੈਂਟ ਨਹੀਂ ਸੂਤ ਆਉਂਦੇ, ਕੋਈ ਨਹੀਂ ਕਹਿੰਦਾ ਵੀ ਛੇਤੀ ਚਲੀਏ। ਫਿਰ ਢੋਲ ਵੱਜਣਗੇ, ਬੈਂਡ ਵੱਜਣਗੇ, ਬਾਜੇ ਵੱਜਦੇ ਰਹਿਣਗੇ, ਕੋਈ ਵੀ ਨਹੀਂ ਕਹਿੰਦਾ ਵੀ ਛੇਤੀ ਕਰੋ, ਲੇਟ ਹੋ ਗਏ। ਪਰ ਜਦੋਂ 1:30-2 ਵਜੇ ਗੁਰਦੁਆਰੇ ਪਹੁੰਚਣਗੇ ਫਿਰ ਕਹਿੰਦੇ ਭਾਈ ਸਾਹਿਬ ਲੇਟ ਬਹੁਤ ਤਾਂ, ਛੇਤੀ ਕਰ ਦਿਓ। ਉਹ ਤਾਂ ਸਵੇਰ ਦੇ ਬੈਠੇ ਹੁੰਦੇ ਨੇ ਦੇਗ ਬਣਾ ਕੇ। ਗਲਤੀ ਕਿਹਦੀ ਹੈ? ਕਿਹਨੇ ਸਮਝਾਉਣਾ ਸੀ? ਉਹ ਆਨੰਦ ਕਾਰਜ ਜਿਹਨੂੰ, ਜਿਸ ਵਾਸਤੇ ਪਿਛਲੇ 6 ਮਹੀਨੇ ਤੋਂ ਇੰਤਜ਼ਾਮ ਹੋ ਰਿਹਾ ਹੈ, ਪੈਲਸ ਬੁੱਕ ਕੀਤੇ, ਹਲਵਾਈ ਬੁੱਕ ਕੀਤੇ, ਕੈਟਰਿੰਗ ਕੀਤੀ ਹੈ, ਹੋਰ ਖਰਚੇ ਕੀਤੇ, ਕਾਰਡ ਛਪਾਏ ਨੇ, ਸੂਟ ਖਰੀਦੇ ਨੇ, ਕਾਹਦੇ ਵਾਸਤੇ? ਆਨੰਦ ਕਾਰਜਾਂ ਲਈ। ਉਹਦੇ ਵਾਸਤੇ 20 ਮਿੰਟ ਹੀ, ਉਹਦੇ ਲਈ ਤਾਂ 2-2.5 ਘੰਟੇ ਹੋਣੇ ਚਾਹੀਦੇ ਸੀ। ਉਸ ਆਨੰਦ ਕਾਰਜ ਤੇ ਤਾਂ ਕੋਈ ਗੁਣੀ ਗਿਆਨੀ ਸਿੰਘ ਸਾਹਿਬ ਬੁਲਾਉਣੇ ਚਾਹੀਦੇ, ਜਿਹੜੇ ਸਮਝਾਉਂਦੇ ਬੇਟਾ ਇਸ ਤਰੀਕੇ ਨਾਲ ਤੁਸੀਂ ਨਿਭਣਾ, ਜ਼ਿੰਦਗੀ ਵਿੱਚ ਰਹਿਣਾ, ਆਪਣੀ ਲਾਈਫ ਦੇ ਤਜਰਬੇ ਦੱਸਣੇ ਸੀ। ਪਰ ਸਾਡੇ ਕੋਲ ਵਕਤ ਨਹੀਂ। ਫਿਰ ਅਸੀਂ ਦੋਸ਼ ਕਿਹਨੂੰ ਦਿੰਨੇ? ਖੁਦ ਦੋਸ਼ੀਆਂ ਸੀ। ਦੱਦਾ ਦੋਸ਼ ਨ ਦੇਊ ਕਿਸੇ, ਦੋਸ਼ ਕਰਮਾ ਆਪਣਿਆ। ਸਾਧ ਸੰਗਤ ਦੇ 6ਵੇਂ ਪਾਤਸ਼ਾਹ ਜਦੋਂ ਧੀ ਨੂੰ ਤੋਰਨ ਲੱਗੇ, ਕਹਿੰਦੇ ਦਾਜ ਲੈ ਪੁੱਤ, ਹੱਥ ਜੋੜੇ, ਮਹਾਰਾਜ ਦਿਓ। ਹੁਣ ਮੇਰੇ ਮੀਰੀ ਪੀਰੀ ਦੇ ਮਾਲਕ ਬੋਲੇ, ਕਹਿੰਦੇ ਸੁਣ ਪੁੱਤਰੀ ਪ੍ਰਾਨਨ ਤੇ ਪਿਆਰੀ, ਮੇਰੀ ਇਹ ਪ੍ਰਾਣਾ ਤੋਂ ਪਿਆਰੀ ਏ ਧੀਏ ਸੁਣ। ਪਿਓ ਵਾਸਤੇ ਧੀ ਪ੍ਰਾਣਾ ਤੋਂ ਪਿਆਰੀ ਹੈ। ਉਹਨੂੰ ਇੰਨੀ ਪ੍ਰਾਪਰਟੀ ਪਿਆਰੀ ਨਹੀਂ ਹੈ, ਉਹਨੂੰ ਇੰਨੇ ਪੁੱਤ ਪਿਆਰੇ ਨਹੀਂ ਜਿੰਨੇ ਪਿਓ ਨੂੰ ਧੀ ਪਿਆਰੀ ਹੁੰਦੀ ਹੈ। ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ। ਪਾਤਸ਼ਾਹ ਕਹਿੰਦੇ ਸੁਣ ਪੁੱਤਰੀ ਪ੍ਰਾਨਨ ਤੇ ਪਿਆਰੀ, ਜਿਸ ਤੇ ਵੈਸ ਬਿਥੈ ਸੁਖ ਕਾਰੀ। ਬੈਸ ਮੀਨਿੰਗ ਉਮਰ, ਤੇਰੀ ਉਮਰ ਸੁੱਖਾਂ ਨਾਲ ਲੰਘੇ। ਪਿਤਾ ਜੀ ਦੱਸੋ ਫਿਰ ਕੀ ਕਰਨਾ? ਕਹਿੰਦੇ ਪੁੱਤ ਤੂੰ ਪਿਓ ਦੇ ਘਰ ਵਿੱਚ ਪਿਓ ਦੀ ਆਗਿਆ 'ਚ ਰਹੀ ਹੈ, ਹੁਣ ਤੂੰ ਪਤੀ ਦੇ ਘਰ ਚੱਲੀ ਹੈ। ਉਹ ਘਰ ਤੇਰਾ ਘਰ ਬਣਨਾ, ਉਹ ਘਰ ਦੀ ਮਾਲਕ ਤੂੰ ਤਾਂ ਬਣਨਾ ਜੇ ਪਤੀ ਦੀ ਆਗਿਆ ਵਿੱਚ ਚੱਲੇਗੀ। ਜੇ ਪਤੀ ਨਾਲ ਰਿਸ਼ਤਾ ਨਿਭ ਗਿਆ ਪੁੱਤ, ਫਿਰ ਸਾਰੇ ਰਿਸ਼ਤੇ ਨਿਭ ਜਾਣਗੇ। ਨਨਾਣ ਦਾ, ਦਰਾਣੀ ਦਾ, ਜਠਾਣੀ ਦਾ, ਦੇਵਰ ਦਾ, ਜੇਠ ਦਾ, ਸੱਸ ਦਾ, ਸਹੁਰੇ, ਸਾਰੇ ਰਿਸ਼ਤੇ ਸੁੱਖ ਦਾ ਹੀ। ਜੇ ਉਹਦੇ ਨਾਲ ਨਾ ਨਿਭਿਆ ਕੋਈ ਰਿਸ਼ਤਾ ਵੀ ਨਹੀਂ। ਕਹਿੰਦੇ ਸੁਣ ਪੁੱਤਰੀ ਪ੍ਰਾਨਨ ਤੇ ਪਿਆਰੀ, ਜਿਸ ਤੇ ਵੈਸ ਬਿਤੈ ਸੁਖ ਕਾਰੀ। ਪਹਿਲੀ ਗੱਲ ਕਹਿੰਦੇ ਪਤ ਸੇਵਕ ਕੀ ਸੇਵਾ ਸਫਲੀ, ਪਤ ਬਿਨ ਔਰ ਕਰੇ ਸਭ ਨਿਫਲੀ। ਹੁਣ ਤੱਕ ਪਿਓ ਦੀ ਆਗਿਆ ਵਿੱਚ ਰਹੀ ਹੈ ਧੀਏ, ਹੁਣ ਪਤੀ ਦੀ ਆਗਿਆ 'ਚ ਰਹਿਣਾ। ਪੇਕੇ ਘਰ ਵਿੱਚ ਤੂੰ ਸੋਭਾ ਬਣਾਈ ਹੈ, ਹੁਣ ਸਹੁਰੇ ਘਰ ਸੋਭਾ ਬਣੇਗੀ। ਜੇ ਤੂੰ ਚਾਹੁੰਦੀ ਹੈ ਤੇਰੇ ਘਰ 'ਚ ਸਵਰਗ ਰਵੇ, ਫਿਰ ਪਹਿਲੀ ਗੱਲ ਇੱਕ ਹੋਰ ਸੁਣ। ਕਹਿੰਦੇ ਅੰਮ੍ਰਿਤ ਉੱਠ ਕਰ ਮੱਜਨ ਕਰਿਓ, ਗੁਰਬਾਣੀ ਤਬ ਮੁਖ ਤੇ ਰਰਿਓ। ਪੁੱਤ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੀ, ਸਭ ਤੋਂ ਪਹਿਲਾਂ ਘਰ ਵਿੱਚ ਗੁਰੂ ਨਾਨਕ ਦੀ ਬਾਣੀ ਪੜ੍ਹੀ। ਗੁਰਬਾਣੀ ਵਿਰਸਾ ਸੰਭਾਲ ਰੱਖਿਆ ਨਾਮ ਆਪਾਂ। ਸਭ ਤੋਂ ਪਹਿਲਾਂ ਗੁਰਬਾਣੀ ਪੜ੍ਹਨੀ ਹੈ ਘਰ ਵਿੱਚ ਉੱਠ ਕੇ। ਜੇ ਗੁਰੂ ਨਾਨਕ ਸਾਹਿਬ ਦੀ ਬਾਣੀ ਭਾਵ ਜਪਜੀ ਸਾਹਿਬ ਪੜ੍ਹਿਆ ਤਾਂ ਸਮਝ ਤੇਰੇ ਘਰ ਵਿੱਚ ਗੁਰੂ ਨਾਨਕ ਦਾ ਵਾਸਾ ਹੋ ਗਿਆ। ਅੰਮ੍ਰਿਤ ਉੱਠ ਕਰ ਮੱਜਨ ਕਰਿਓ, ਗੁਰਬਾਣੀ ਤਬ ਮੁਖ ਤੇ ਰਰਿਓ। ਮੈਂ ਪੰਜਾਬ 'ਚ ਵੇਖਣਾ, ਉੱਥੇ ਪਹਿਲਾਂ ਸੱਸਾਂ ਵਿਗਾੜ ਲੈਂਦੀਆਂ ਨੇ ਨੋਹਾਂ ਨੂੰ, ਇਹ ਗੱਲ ਕਹਿ ਕੇ, ਨਾ ਨਾ ਪੁੱਤ ਤੂੰ ਨਹੀਂ ਉੱਠਣਾ, ਕੋਈ ਨਹੀਂ ਮੈਂ ਆਪੇ ਸਵੇਰੇ ਨਾਸ਼ਤਾ ਬਣਾ ਦੇਣਾ, ਆਪੇ ਚਾਹ ਬਣਾ ਦੇਣੀ। ਉਹ ਮਹੀਨੇ ਕੁ ਬਾਅਦ ਫਿਰ ਘੇਸਲੀ ਹੋ ਜਾਂਦੀ ਹੈ, ਬਣਾਈ ਜਾਂ ਫਿਰ ਸ਼ਿਕਾਇਤਾਂ ਦਿੰਦੀਆਂ, ਇਹ ਜੀ ਉੱਠਦੀ ਨਹੀਂ ਸੱਜਰੇ। ਪਹਿਲਾਂ ਮੰਮੀ ਮੰਮੀ ਉਹ ਖਵਾਉਣ ਲਈ ਤੁਸੀਂ ਆਦਤ ਕਿਉਂ ਵਿਗਾੜਦੇ ਹੋ? ਇਹ ਆਦਤ ਕਿਹਨੇ ਵਿਗਾੜੀ ਹੈ? ਪਹਿਲੇ ਉਹਨੂੰ ਘਰ ਦੀ ਗੱਲ ਸਮਝਾਓ, ਬੇਟਾ ਸਾਡੇ ਘਰ ਵਿੱਚ ਇੰਨੇ ਵਜੇ ਜਾਗ ਜਾਈਦਾ, ਪੁੱਤ ਸਾਡੇ ਘਰ ਵਿੱਚ ਇੰਨੇ ਵਜੇ ਸੌਂ ਜਾਂਦੇ ਨੇ, ਇੱਥੇ 1-1 ਵਜੇ ਤੱਕ ਮੋਬਾਈਲ ਨਹੀਂ ਚਲਾਉਣੇ। ਰੱਬ ਨੇ ਕਿਸੇ ਨੂੰ ਦੁਖੀ ਨਹੀਂ ਕੀਤਾ ਹੋਇਆ, ਲੋਕ ਆਪੇ ਹੀ ਦੁਖੀ ਹੋਏ ਨੇ। ਤੁਸੀਂ ਨਿਯਮ ਦੇ ਉਲਟ ਚੱਲ ਪਏ ਹੋ।
ਪਾਤਸ਼ਾਹ ਕਹਿੰਦੇ ਅੰਮ੍ਰਿਤ ਉਠ ਕਰ ਮਜਨ ਕਰਿਓ, ਗੁਰਬਾਣੀ ਤਬ ਮੁਖ ਤੇ ਰਰਿਓ। ਸਾਸ ਸਸੁਰ ਕੀ ਸੇਵਾ ਕਰਨੀ, ਗੁਰਜਨ ਕੀ ਇੱਜ਼ਤ ਬੋ ਕਰਨੀ। ਪੁੱਤ ਸੱਸ ਸਹੁਰੇ ਦੀ ਸੇਵਾ ਕਰੀ, ਆਏ ਹੋਏ ਗੁਰਜਨ ਰਿਸ਼ਤੇਦਾਰਾਂ ਦੀ ਇੱਜ਼ਤ ਕਰਨੀ ਹੈ। ਉਹਦੇ ਨਾਲ ਧੀਏ ਪਤਾ ਕੀ ਹੋਏਗਾ? ਕਹਿੰਦੇ ਦੋ ਪਰਿਵਾਰਾਂ ਦੀ ਸੋਭਾ ਹੋਏਗੀ, ਤੇਰੇ ਹੱਥ ਹੈ। ਦੋ ਪਰਿਵਾਰਾਂ ਦੀ ਕਿਵੇਂ? ਇੱਕ ਕਹਿੰਦੇ ਲੋਕ ਕਹਿਣਗੇ ਇਹਨਾਂ ਨੂੰ ਨੌਂ ਬਹੁਤ ਚੰਗੀ ਮਿਲੀ ਹੈ, ਬਹੁਤ ਬੀਬੀ ਬੱਚੀ ਮਿਲੀ ਹੈ, ਤੇਰੇ ਸਹੁਰਿਆਂ ਦੀ ਸੋਭਾ ਹੋਣੀ ਹੈ। ਪੁੱਤ ਦੂਜਾ ਫਿਰ ਸਾਡੀ ਸੋਭਾ ਹੋਣੀ ਹੈ। ਇਹ ਜਿਹੜੇ ਖਾਨਦਾਨ ਪਿੱਕਿਆਂ ਚੋਂ ਆਈ, ਇਹਦੇ ਪਰਿਵਾਰ ਕਿੰਨਾ ਚੰਗਾ ਹੈ। ਪੁੱਤ ਦੋ ਪਰਿਵਾਰਾਂ ਦੀ ਸੋਭਾ ਤੇਰੇ ਹੱਥ ਹੈ। ਇਸ ਲਈ ਗੁਰਜਨ ਕੀ ਇੱਜ਼ਤ ਬਹੁ ਕਰਨੀ। ਅਗਲੀ ਗੱਲ ਕਹੀ, ਕੁਲ ਕੀ ਰੀਤ ਚਿਤ ਮੈਂ ਧਰਨੀ, ਖੋਟੀ ਸੰਗਤ ਕਬੂ ਨਹੀਂ ਕਰਨੀ। ਆਪਣੀ ਕੁਲ ਦੀ ਰੀਤ ਚਿੱਤੇ ਰੱਖੀ, ਸਾਡੇ ਵੱਲ ਧਿਆਨ ਰੱਖੀ ਪੁੱਤ, ਖੋਟੀ ਸੰਗਤ ਨਹੀਂ ਕਰਨੀ ਜ਼ਿੰਦਗੀ 'ਚ। ਇਹ ਗੱਲਾਂ ਸਾਧ ਸੰਗਤ ਅਸੀਂ ਜੋ ਗੁਰੂ ਨੇ ਉਸ ਵਕਤ ਦਾਜ ਦਿੱਤਾ, ਅੱਜ ਸਮਝਾਉਣ ਦੀ ਲੋੜ ਸੀ ਬੱਚਿਆਂ ਨੂੰ। ਅੱਜ ਇੱਕ ਚੀਜ਼ ਘਟ ਗਈ ਹੈ, ਪੇਸ਼ੈਂਸ, ਸਹਿਣਸ਼ੀਲਤਾ। ਅੱਗੇ ਵਿੱਚ ਤੁਹਾਡੇ 'ਚ ਬੀਬੀਆਂ ਬਹੁਤ ਬੈਠੀਆਂ ਨੇ ਸਿਆਣੀਆਂ, ਅੱਗੇ ਜੇ ਕੋਈ ਘਰ ਵਿੱਚ ਗੱਲ ਹੋਣੀ ਨਾ 8 ਘੰਟੇ ਦਾ ਵਕਤ ਪੈ ਜਾਂਦਾ ਸੀ। ਅੱਜ ਵੀ ਘਰਾਂ 'ਚ ਗੱਲਾਂ ਹੁੰਦੀਆਂ। ਐ ਨਾ ਸਮਝੋ ਕੋਈ ਦਾਵਾ ਕਰਕੇ ਨਹੀਂ ਕੋਈ ਕਹਿ ਸਕਦਾ ਮੈਂ ਤਾਂ ਬਹੁਤ ਬਾਣੀ ਪੜ੍ਹਦਾ, ਸਾਡੇ ਘਰ 'ਚ ਕੋਈ ਕਲੇਸ਼ ਨਹੀਂ ਹੁੰਦਾ। ਐ ਹੋਏ ਨਹੀਂ ਸਕਦਾ, ਇਹ ਹੋਏ ਨਹੀਂ ਸਕਦਾ। ਗੁਰਮੁਖਾਂ ਦੇ ਕਲੇਸ਼ ਵਿੱਚ ਤੇ ਮਨਮੁਖਾਂ ਦੇ ਕਲੇਸ਼ ਜ਼ਮੀਨ ਅਸਮਾਨ ਦਾ ਫਰਕ ਹੈ। ਗੁਰਮੁਖਾਂ ਦਾ ਕਲੇਸ਼ ਐ ਲੰਘਦਾ, ਹਵਾ ਦੀ ਤਰ੍ਹਾਂ ਲੰਘ ਜਾਂਦਾ, ਕੁਛ ਨਹੀਂ ਵਿਗੜਦਾ। ਮਨਮੁਖਾਂ ਦੇ ਕਲੇਸ਼ ਤਾਂ ਕੋਟਾਂ ਤੱਕ ਲੈ ਜਾਂਦੇ ਨੇ, 10-10 ਸਾਲ ਪ੍ਰਾਈਮ ਟਾਈਮ ਲਾਈਫ ਦਾ ਖਰਾਬ ਕਰ ਦਿੰਦੇ ਨੇ। ਖੈਰ ਸਾਧ ਸੰਗਤ, ਇਹ ਘਰ ਵਿੱਚ ਧਿਆਨ ਰੱਖਣ ਦੀ ਲੋੜ ਹੈ। ਬੱਚਿਆਂ ਨੂੰ ਸਮਝਾਉਣਾ ਸੀ ਆਪਾਂ, ਇੱਕ ਦੂਜੇ ਦੀ ਇੱਜ਼ਤ ਸਤਿਕਾਰ ਮਾਣ ਕਰਨਾ। ਔਰ 6ਵੇਂ ਪਾਤਸ਼ਾਹ ਨੇ ਜਦੋਂ ਇਹ ਦਾਜ ਦਿੱਤਾ, ਕਹਿੰਦੇ ਧੀਏ ਤੂੰ ਇਸ ਗੱਲ ਦਾ ਖਿਆਲ ਰੱਖੀ, ਦੋ ਪਰਿਵਾਰਾਂ ਦੀ ਸੋਭਾ ਤੇਰੇ ਹੱਥ ਹੈ। ਦੋ ਪਰਿਵਾਰਾਂ ਦੀ ਸੋਭਾ ਤੇਰੇ ਹੱਥ ਹੈ, ਤੂੰ ਵਡਿਆਈ ਕਰਾਉਣੀ ਹੈ। ਪੇਸ਼ੈਂਸ ਅੰਦਰ ਸਭ ਤੋਂ ਵੱਧ। ਹੁਣ ਦੇਖੋ ਪੇਸ਼ੈਂਸ ਕਾਹਦੇ ਨਾਲ ਲਾਉਣੀ, ਕਾਹਦੇ ਵਾਸਤੇ ਬਾਣੀ ਪੜ੍ਹਨੀ ਹੈ। ਕਈਆਂ ਦੀ ਸ਼ਿਕਾਇਤ ਸਾਨੂੰ ਰਹਿੰਦੀ ਹੈ, ਗੁੱਸਾ ਨਾ ਕਰਿਓ, ਇਹ ਨਹੀਂ ਕਿ ਬਜ਼ੁਰਗ ਮਾਈਆਂ ਦੀ, ਜੰਗ ਬੱਚੀਆਂ ਵੀ ਕਈ ਵਾਰ ਸ਼ਿਕਾਇਤ ਕਰਦੀਆਂ। ਕਹਿੰਦੀ ਭਾਈ ਸਾਹਿਬ ਜੀ ਮੇਰੀ ਸੱਸ ਸੁਖਮਣੀ ਸਾਹਿਬ ਦਾ ਪਾਠ ਕਰਦੀ ਹੈ, ਸੁਸਾਇਟੀ ਵਿੱਚ ਵੀ ਹੈ, ਅੱਛਾ ਘਰ ਆ ਕੇ ਕਲੇਸ਼ ਕਰਨੋਂ ਨਹੀਂ ਹਟਦੀ। ਦੱਸੋ ਸੁਖਮਣੀ ਸਾਹਿਬ ਦੇ ਪਾਠ ਦਾ ਕੀ ਫਾਇਦਾ? ਹੁਣ ਉਹਨੂੰ ਕੀ ਜਵਾਬ ਦਈਏ? ਬਾਣੀ ਪੜ੍ਹਨੀ, ਨਾਮ ਜਪਣਾ, ਉਹਦਾ ਮੇਨ ਮਕਸਦ ਪਤਾ ਕੀ ਹੈ? ਆਨੰਦ ਭਇਆ ਮੇਰੀ ਮਾਏ ਪੜਿਓ, ਸਤਿਗੁਰੂ ਮੈਂ ਪਾਇਆ। ਅੱਗੇ ਕੀ ਲਿਖਿਆ? ਸਤਿਗੁਰ ਤਾਂ ਪਾਇਆ ਸਹਿਜ ਸਿੱਧੀ। ਸਹਿਜ ਦਾ ਅਰਥ ਹੈ ਪੇਸ਼ੈਂਸ, ਸਹਿਣਸ਼ੀਲਤਾ। ਅੰਦਰ ਪੇਸ਼ੈਂਸ ਪੈਦਾ ਹੋ ਗਈ ਹੈ। ਵੱਡੀ ਤੋਂ ਵੱਡੀ ਗੱਲ ਆਪਾਂ ਇਦਾਂ ਜਰ ਗਏ, ਕੋਈ ਗੱਲ ਨਹੀਂ, ਫਿਰ ਕੀ ਹੋਇਆ? ਸਤਿਗੁਰ ਤਾਂ ਪਾਇਆ ਸਹਿਜ ਸਿੱਧੀ। ਉਸ ਤੋਂ ਬਾਅਦ ਫਿਰ ਹੋਇਆ ਮਨ ਵਜੀਆਂ ਵਧਾਈਆਂ। ਜਦੋਂ ਤੁਸੀਂ ਸਹਿਣਸ਼ੀਲਤਾ ਵਧਾ ਲਈ ਨਾ, ਮਨ ਵਜੀਆਂ ਵਧਾਈਆਂ ਜਾਂ ਕੁਛ ਨਹੀਂ ਹੋਣ ਲੱਗਾ ਤੁਹਾਡਾ, ਖੁਸ਼ੀਆਂ ਖੁਸ਼ੀਆਂ ਹੋਣਗੀਆਂ ਘਰ। ਕਿਉਂਕਿ ਸਤਿਗੁਰੂ ਮਿਲਣ ਤੋਂ ਬਾਅਦ ਸਹਿਜ ਆ ਗਿਆ। ਛੋਟੀ ਛੋਟੀ ਗੱਲ ਤੇ ਕ੍ਰੋਧ ਨਹੀਂ ਹੁੰਦਾ, ਪੇਸ਼ੈਂਸ ਵੱਧ ਗਈ ਹੈ। ਜੇ ਕਿਸੇ ਨੇ ਕੁਛ ਕਹਿ ਦਿੱਤਾ ਉਹਨੂੰ ਜਰ ਲਿਆ, ਕੀ ਗੱਲ ਹੈ? ਕਿੱਡੀ ਕੁ ਵੱਡੀ ਗੱਲ ਹੋ ਗਈ। ਇਹ ਤਾਂ ਪਰਿਵਾਰ ਹੈ ਸਾਡਾ। ਜਦੋਂ ਆਹ ਚੀਜ਼ਾਂ ਅੰਦਰ ਸਹਿਣਸ਼ੀਲਤਾ ਵਧੇਗੀ। ਅੱਗੇ ਜਦੋਂ ਕੋਈ ਗੱਲ ਹੋਣੀ ਨਾ 8 ਘੰਟੇ ਦਾ ਵਕਤ ਪੈਂਦਾ ਸੀ। ਬੀਬੀਆਂ ਨੇ ਕਹਿਣਾ ਕੋਈ ਨਹੀਂ, ਘਰ ਵਾਲਾ ਕੰਮ ਤੇ ਗਿਆ, ਮੈਂ ਵੀ ਜੌਬ ਤੇ ਆ, ਜਦੋਂ ਸ਼ਾਮਾਂ ਨੂੰ ਆਏਗੀ ਫਿਰ ਮੈਂ ਗੱਲ ਕਰਾਂਗੀ। ਕੀ ਕਰਨੀ ਹੈ? ਸ਼ਾਮਾਂ ਨੂੰ ਰਾਤ ਨੂੰ ਇਕੱਠੇ ਹੋਏ, ਭੋਜਨ ਪ੍ਰਸ਼ਾਦਾ ਛਕਿਆ, ਫਿਰ ਥੋੜਾ ਮਾਹੌਲ ਬਣਿਆ, ਫਿਰ ਬਹਿ ਕੇ ਗੱਲ ਕੀਤੀ। ਜੀ ਇੱਕ ਗੱਲ ਕਰਨੀ ਸੀ। ਦੱਸ ਜੀ, ਅੱਜ ਮੰਮੀ ਨੇ ਇਸ ਤਰ੍ਹਾਂ ਬੋਲਿਆ, ਅੱਜ ਫਲਾਨੇ ਨੇ ਮੈਨੂੰ ਆਹ ਗੱਲ ਕਹੀ। ਅੱਛਾ ਹੁਣ ਗੱਲ ਹੋਈ ਨੂੰ 8 ਘੰਟੇ ਹੋ ਗਏ, 8 ਘੰਟਿਆਂ ਵਿੱਚ ਗੱਲ ਦੀ ਤਸੀਰ ਚੇਂਜ ਹੋ ਗਈ। ਉਹ ਸੁਣਨ ਵਾਲੇ ਤੇ ਇੰਨਾ ਫੈਕਟ ਕ੍ਰੋਧ ਨਹੀਂ ਹੋਏਗਾ, ਉਹ ਵੀ ਅੱਗਿਓਂ ਸਹਿਜ ਨਾਲ ਸੁਣ ਕੇ ਕਹੇਗਾ ਚੱਲ ਕੋਈ ਨਹੀਂ ਭਗਵਾਨ ਨੇ, ਆਪਾਂ ਕੱਲ ਪੁੱਛਾਂਗੇ, ਕੱਲ ਪੁੱਛਾਂਗੇ। ਹੁਣ ਉਸ ਗੱਲ ਨੂੰ 12 14 ਘੰਟੇ 16 ਘੰਟੇ ਗੁਜ਼ਰ ਗਏ, ਘਰ ਵਿੱਚ ਕੁਝ ਵੀ ਨਹੀਂ ਹੋਏਗਾ, ਪੁੱਛ ਪਛਈਆ ਹੋ ਜਾਏਗਾ, ਪਰ ਸੱਜਣੋਂ ਕਲੇਸ਼ ਨਹੀਂ ਵਧੇਗਾ। ਕਿਉਂ? ਗੱਲ ਦੀ ਤਸੀਰ ਬਦਲ ਗਈ ਹੈ। ਹੁਣ ਲੋਕ ਤਸੀਰ ਬਦਲ ਨਹੀਂ ਦਿੰਦੇ, ਵਕਤ ਨਹੀਂ ਪੈਣ ਦਿੰਦੇ। 8 ਘੰਟੇ ਤਾਂ ਦੂਰ ਦੀ ਗੱਲ ਹੈ, ਮਿੰਟ 8 ਨਹੀਂ ਪੈਂਦੇ। ਆ ਕਲਯੁਗੀ ਮੋਬਾਈਲ ਨਾਲ ਹੀ ਕੱਢ ਕੇ ਚੁਗਲੀ ਹੋ ਜਾਂਦੀ ਹੈ, ਫਿਰ ਉਹਦਾ ਰਸਤੇ 'ਚ ਬੀਪੀ ਵੱਧ ਜਾਂਦਾ ਵਿਚਾਰੇ ਦਾ। ਇਹ ਕੌਣ ਦੋਸ਼ੀ ਹੈ ਭਾਈ? ਅਸੀਂ ਬਾਣੀ ਪੜ੍ਹ ਕੇ ਸਹਿਜ ਨਹੀਂ ਪੈਦਾ ਕੀਤਾ।
ਅਸੀਂ ਯਰਨ ਸ਼ਕਤੀ ਨਹੀਂ ਵਧਾਈ। ਪਾਤਸ਼ਾਹ ਨੇ ਜਦੋਂ ਫਕੀਰੀ ਦੀ ਵਿਆਖਿਆ ਕੀਤੀ ਨਾ ਬਾਣੀ ਅੰਦਰ, ਉਦੋਂ ਹਜ਼ੂਰ ਸੱਚੇ ਪਾਤਸ਼ਾਹ ਬਚਨ ਕਹਿੰਦੇ ਨੇ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ। ਜੇ ਤੂੰ ਦਰਵੇਸ਼ ਬਣਨਾ, ਰੁੱਖਾਂ ਜਿੱਡਾ ਜਿਗਰਾ ਹੋਣਾ ਚਾਹੀਦਾ ਤੇਰੇ ਤੇ। ਉਹ ਤੇਜ਼ ਹਵਾਵਾਂ ਚੱਲਦੀਆਂ ਨੇ, ਦਰਖਤ ਤਾਂ ਵੀ ਖੜੇ ਰਹਿੰਦੇ ਨੇ। ਤੇਜ਼ ਮੀਂਹ ਵਰਦਾ, ਦਰਖਤ ਤਾਂ ਵੀ ਖੜਿਆ ਰਹਿੰਦਾ। ਤੇਜ਼ ਤਪਸ਼ ਧੁੱਪ ਪੈਂਦੀ ਹੈ, ਦਰਖਤ ਤਾਂ ਵੀ ਛਾਂ ਦਿੰਦਾ। ਭਲਿਆ ਤੂੰ ਛੋਟੀ ਛੋਟੀ ਗੱਲ ਉੱਤੇ ਕਿਉਂ ਸੜ ਜਾਂਦਾ? ਰੁੱਖਾਂ ਵਰਗਾ ਜਿਗਰਾ ਰੱਖਣਾ ਥੋੜਾ ਜਿਹਾ। ਰੁੱਖਾਂ ਦੀ ਜੀਰਾਨ, ਇਹ ਪੇਸ਼ੈਂਸ ਵਧਣੀ ਚਾਹੀਦੀ ਹੈ, ਸਹਿਣਸ਼ੀਲਤਾ ਵਧਣੀ ਚਾਹੀਦੀ ਹੈ, ਰਿਸਪੈਕਟ ਕਰੋ। ਇੱਕ ਗੱਲ ਮੈਂ ਸਿੱਧੀ ਕਹਿਣਾ ਹੁੰਦਾ, ਭਾਈ ਜ਼ਿੰਦਗੀ ਇੱਕ ਸ਼ੀਸ਼ਾ ਆ। ਸ਼ੀਸ਼ਾ ਸਮਝਦੇ ਹੋ? ਮੇਰੇ ਵੱਲ ਨੂੰ ਕਰਦੇ ਹੋ ਤਾਂ ਮੇਰਾ ਮੂੰਹ ਦਿਸਣਾ ਹੈ, ਤੁਹਾਡੇ ਵੱਲ ਨੂੰ ਕਰਦਾ ਤਾਂ ਤੁਹਾਡਾ ਮੂੰਹ ਦਿਸਣਾ ਹੈ। ਸ਼ੀਸ਼ੇ ਨੇ ਝੂਠ ਨਹੀਂ ਬੋਲਣਾ, ਉਹਨੇ ਬਿਲਕੁਲ ਹਕੀਕਤ ਦਿਖਾਉਣੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਉਦਾਹਰਨ ਦਿੱਤੀ ਹੈ ਕਈ ਗੱਲਾਂ ਵਿੱਚ। ਸ਼ੀਸ਼ੇ ਦੀ ਉਦਾਹਰਨ ਲਈ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਹਿੰਦੇ ਨੇ, ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ, ਸਦਾ ਲੇਪਾ ਤੋਹੀ ਸੰਗ ਸਮਾਈ। ਪੋਹਪ ਮਦ ਜਿਉ ਵਾਸ ਵਸਤ ਹੈ, ਮੁੱਕਰ ਮਾਹੇ ਜੈਸੇ ਸ਼ਾਈ। ਮੁੱਕਰ ਕਹਿੰਦੇ ਸ਼ੀਸ਼ੇ ਨੂੰ। ਜ਼ਿੰਦਗੀ ਇੱਕ ਸ਼ੀਸ਼ਾ ਹੈ। ਜੇ ਆਪਣੇ ਸੱਸ ਸਹੁਰੇ ਨਾਲ, ਬਜ਼ੁਰਗਾਂ ਨਾਲ ਕੋਈ ਵਧੀਕੀ ਕਰਦਾ ਦਿਲੋਂ, ਤਾਂ ਯਾਦ ਰੱਖਿਓ ਜ਼ਿੰਦਗੀ ਸ਼ੀਸ਼ੇ ਦੀ ਨਿਆਈ ਹੈ। 20 ਸਾਲਾਂ ਬਾਅਦ ਸ਼ੀਸ਼ਾ ਘੁੰਮ ਕੇ ਤੁਹਾਡੇ ਮੂੰਹ ਦੇ ਸਾਹਮਣੇ ਆਉਣਾ। ਜੋ ਕਰੋਗੇ ਉਹੀ ਤੁਹਾਨੂੰ ਭੁਗਤਣਾ ਪਏਗਾ। ਇਹ ਮੈਂ ਕੋਲੋਂ ਨਹੀਂ ਕਹਿ ਰਿਹਾ, ਪਾਤਸ਼ਾਹ ਨੇ ਲਿਖ ਕੇ ਦਿੱਤਾ, ਜਿਹਾ ਬੀਜੈ ਸੋ ਲੁਣੇ, ਕਰਮਾ ਸੰਦੜਾ ਖੇਤ। ਜੋ ਬੀਜਿਆ ਭਾਈ ਉਹ ਤੈਨੂੰ ਵੱਢਣਾ ਪੈਣਾ। ਦਿਲੋਂ ਰਿਸਪੈਕਟ ਕਰ ਆਪਣੇ ਸੱਸ ਸਹੁਰੇ ਮਾਂ ਪਿਓ ਦੀ। ਤੇਰੀ ਇੱਜ਼ਤ ਤੇਰੇ ਬੱਚੇ ਜ਼ਰੂਰ ਕਰਨਗੇ, ਤੇਰੀ ਰਿਸਪੈਕਟ ਤੇਰੇ ਪੁੱਤ ਪੋਤੇ ਜ਼ਰੂਰ ਕਰਨਗੇ। ਤੂੰ ਦਿਲੋਂ ਇੱਜ਼ਤ ਕਰ। ਇੱਕ ਤਾਂ ਦੁਨਿਆਵੀ ਤੌਰ ਤੇ ਤੇਰੇ ਪੁੱਤ ਪੋਤੇ ਤੇਰਾ ਸਨਮਾਨ ਕਰਨਗੇ, ਰਿਸਪੈਕਟ ਕਰਨਗੇ। ਇੱਕ ਰੱਬ ਦੀ ਦਰਗਾਹ ਵਿੱਚ ਤੇਰੀ ਰਿਸਪੈਕਟ ਹੋਏਗੀ। ਕਿਉਂ? ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਵੀ ਹੋਣੇ ਆ ਜੇ ਗੁਰੂ ਦਾ ਹੁਕਮ ਮੰਨੇ। ਇੱਕ ਮੈਂ ਬਾਣੀ ਚੋਂ ਪੰਕਤੀ ਕਹਿੰਦਾ, ਸਭ ਤੋਂ ਵੱਡਾ ਪਾਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਤਾ ਕੀ ਮੰਨਿਆ? ਸਭ ਤੋਂ ਵੱਡਾ ਪਾਪ, ਜੇ ਕਦੇ ਜ਼ਿੰਦਗੀ 'ਚ ਹੋਵੇ ਇਹਦੀ ਮਾਫੀ ਜ਼ਰੂਰ ਮੰਗਿਓ। ਜੇ ਕਦੇ ਜ਼ਿੰਦਗੀ 'ਚ ਹੋ ਜਾਏ ਇਹਦੀ ਮਾਫੀ ਜ਼ਰੂਰ ਮੰਗ ਲਿਓ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ, ਸਭ ਤੋਂ ਵੱਡਾ ਪਾਪ ਹੈ ਜਿਸ ਮਾਂ ਪਿਓ ਨੇ ਤੈਨੂੰ ਜਨਮ ਦਿੱਤਾ ਹੈ, ਆਪਣੇ ਜਨਮ ਦੇਣ ਵਾਲਿਆਂ ਨਾਲ ਝਗੜਾ ਕਰਦਾ। ਇਹ ਸਭ ਤੋਂ ਵੱਡਾ ਪਾਪ ਹੈ। ਕਰਾਈ ਚੱਲ ਪਾਠ, ਕਰੀ ਚੱਲ ਪਾਠ, ਦਈ ਚੱਲ ਦਾਨ ਪੁੰਨ, ਪਾਪ ਤੂੰ ਕਰ ਬੈਠਾ। ਕਿਹੜਾ? ਜਨਮ ਦੇਣ ਵਾਲਿਆਂ ਨਾਲ ਝਗੜਾ ਕਰਦਾ, ਉਹਨਾਂ ਦੀ ਤੋਹੀਨ ਕਰਦਾ। ਸਿੱਧਾ ਪਾਤਸ਼ਾਹ ਨੇ ਕਿਹਾ, ਕਾਹੇ ਪੂਤ ਪੜੋ ਝਗਰਤ ਹੋ ਸੰਗ, ਬਾਪ ਜਿਨ ਕੇ ਜਣੇ ਵਡੀਰੇ ਤੁਮ ਹੋ, ਤਿੰਨ ਸਿਉ ਝਗਰਤ ਪਾਪ। ਮਾਂ ਪਿਓ ਨਾਲ ਝਗੜਾ ਕਰਨਾ ਪਾਪ ਹੈ। ਜੇ ਵਿਚਾਰ ਨਾ ਰਲੇ ਚੁੱਪ ਕਰ ਜਾਣਾ ਚਾਹੀਦਾ ਹੈ। ਥੋੜੇ ਦਿਨ ਚੁੱਪ ਕਰ ਜਾਓ। ਹੁਣੇ ਤੁਹਾਨੂੰ ਡਾਕਟਰ ਸਾਹਿਬ ਕਹਿ ਰਹੇ ਸੀ ਵੀ ਉਹ ਗੱਲ ਜੇ ਕੋਈ ਕੰਟਰੋਵਰਸੀ ਖੜੀ ਹੋ ਰਹੀ, ਉਹਨੂੰ ਉੱਥੇ ਛੱਡ ਕੇ ਥੋੜਾ ਅੱਗੇ ਵੱਧ ਜਾਓ, ਉਹ ਆਪਣੇ ਆਪ ਸੋਲਵ ਹੋ ਜਾਏ। ਕੋਈ ਸਵਾਲ ਐਸੇ ਨੇ ਜਿਨ੍ਹਾਂ ਦਾ ਜਵਾਬ ਉਸੇ ਪੈਰਾਗ੍ਰਾਫ ਵਿੱਚ ਹੁੰਦਾ ਹੈ, ਪਰ ਉਹਨੂੰ ਵਕਤ ਦਿਓ ਥੋੜਾ ਪੜ੍ਹਨ ਵਾਸਤੇ। ਕੁਝ ਮੁਸ਼ਕਲਾਂ ਘਰ ਵਿੱਚ ਇਸ ਤਰ੍ਹਾਂ ਦੀਆਂ ਜਿਹਨੂੰ ਉੱਥੇ ਛੱਡ ਦਿਓ, ਉਹ ਥੋੜੇ ਦਿਨਾਂ ਮਹੀਨਿਆਂ ਬਾਅਦ ਆਪਣੇ ਆਪ ਸੋਲਵ ਹੋ ਜਾਣਗੇ, ਆਪਣੇ ਆਪ। ਇਸ ਲਈ ਇਹ ਪਾਪ ਨਹੀਂ ਹੋਣਾ ਚਾਹੀਦਾ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿੰਨ ਸਿਉ ਝਗਰਤ ਪਾਪ। ਇਹ ਬੱਚਿਆਂ ਨੂੰ ਦੱਸਣਾ ਜਿਨ੍ਹਾਂ ਦਾ ਆਨੰਦ ਕਾਰਜ ਹੋਵੇ। ਗੁਰਮਤ ਵਿੱਚ ਲਾਵਾਂ ਜਿਸ ਦਿਨ ਹੁੰਦੀਆਂ ਨੇ, ਆਨੰਦ ਕਾਰਜ ਹੁੰਦਾ ਹੈ, ਉਦਣ ਸਾਧ ਸੰਗਤ ਏਦਾਂ ਦਾ ਸਿੱਖ ਦੇ ਜ਼ਿੰਦਗੀ ਵਿੱਚ ਦਿਨ ਹੈ। ਉਦਣ ਸੁਭਾਗ ਭਰੀ ਜੋੜੀ ਜੋ ਮੰਗ ਲੈ ਗੁਰੂ ਦੇ ਕੋਲੋਂ, ਗੁਰੂ ਨੂੰ ਉਹ ਦੇਣਾ ਪੈਂਦਾ। ਜੋ ਮੰਗ ਲੈ, ਕੋਈ ਕੰਡੀਸ਼ਨ ਨਹੀਂ, ਅਨਕੰਡੀਸ਼ਨਲ ਗੁਰੂ ਦਿੰਦਾ। ਇਹਦਾ ਇਤਿਹਾਸਕ ਪੱਖ ਹੈ। 2 ਦਿਨ ਨੇ ਸਿੱਖ ਦੀ ਜ਼ਿੰਦਗੀ 'ਚ। ਇੱਕ ਉਹ ਦਿਨ ਜਿੱਦਣ ਖੰਡੇ ਵਾਟੇ ਦੀ ਪੌਲ ਛਕਦਾ ਹੈ, ਅੰਮ੍ਰਿਤ ਛਕਦਾ ਹੈ, ਉਦਣ ਜੋ ਮਨ 'ਚ ਧਾਰ ਲੈ ਉਹ ਗੁਰੂ ਨੂੰ ਦੇਣਾ ਪੈਂਦਾ। ਸਤਿਗੁਰ ਕੈ ਜਨਮੈ ਗਵਨ ਮਿਟਾਇਆ, ਇਹ ਵੀ ਦੀਨੇ ਕੰਗੜ ਦਾ ਇਤਿਹਾਸ ਹੈ। ਔਰ ਜਿੱਦਣ ਆਨੰਦ ਕਾਰਜ ਹੁੰਦੇ ਨੇ, ਉਦਣ ਜੋ ਬੱਚਾ ਬੱਚੀ ਮਨ 'ਚ ਮੰਗ ਲੈ ਉਹ ਉਸੇ ਵਕਤ ਗੁਰੂ ਦਿੰਦਾ। ਉਹ ਬੱਚਿਆਂ ਨੂੰ ਉਸ ਵਕਤ ਸਮਝਾਉਣ ਦੀ ਲੋੜ ਹੈ। ਜੋ ਮਨ 'ਚ ਧਾਰ ਲੈਣਗੇ ਗੁਰੂ ਉਹ ਬਖਸ਼ਿਸ਼ ਕਿਰਪਾ ਕਰ ਦਿੰਦਾ। ਇਹ ਡਰੋਲੀ ਭਾਈ 6ਵੇਂ ਪਾਤਸ਼ਾਹ ਨੇ ਭਾਈ ਸਾਧੂ ਤੇ ਉਹਦੇ ਘਰ ਵਾਲੀ ਨੂੰ ਜਦੋਂ ਨਵ ਵਿਆਹੀ ਜੋੜੀ ਵੇਖੀ,
ਕਹਿੰਦੇ ਪੁੱਤਰ ਤੁਹਾਡਾ ਅੱਜ ਹੀ ਸ਼ਾਦੀ ਹੋਈ ਹੈ? ਕਹਿੰਦੇ ਹਾਂ ਮਹਾਰਾਜ। ਕਿ ਉਹਨਾਂ ਦੇ ਕੱਪੜੇ ਦੱਸਦੇ ਸਨ ਸੁਭਾਗ ਭਰੀ ਜੋੜੀ। ਕਹਿੰਦੇ ਬੇਟਾ ਮੰਗੋ ਕੀ ਚਾਹੀਦਾ? ਅੱਜ ਇਹ ਨਹੀਂ ਕਿਹਾ ਇੰਨੇ ਪਾਠ ਕਰਿਓ, ਇੰਨੀ ਵਾਰ ਆਇਓ, ਇੰਨੇ ਵਜੇ ਉੱਠੋ, ਕੁਛ ਨਹੀਂ ਕਿਹਾ। ਕਹਿੰਦੇ ਮੰਗੋ ਕੀ ਚਾਹੀਦਾ? ਪਾਤਸ਼ਾਹ ਖੁਸ਼ ਹੋ ਗਏ। ਤਾਂ ਨਵ ਵਿਆਹੀ ਜੋੜੀ ਬੀਬੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਬਸ ਕੁਝ ਨਹੀਂ ਚਾਹੀਦਾ, ਕਿਰਪਾ ਕਰਿਓ ਸਿੱਖੀ ਬਖਸ਼ੋ। ਸਭ ਤੋਂ ਕੀਮਤੀ ਚੀਜ਼ ਪਤਾ ਕੀ ਹੈ? ਸਿੱਖੀ। ਇਹ ਜ਼ਰੂਰ ਬੱਚਿਆਂ ਨੂੰ ਕਹੋ, ਮੰਗਿਆ ਕਰੋ ਮਹਾਰਾਜ ਸਿੱਖੀ ਬਖਸ਼ੋ। ਇਹ ਤਾਂ ਅਰਦਾਸ ਵਿੱਚ ਵੀ ਮੰਗੀ ਦਾ, ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ। ਕਹਿੰਦੇ ਮਹਾਰਾਜ ਸਿੱਖੀ ਬਖਸ਼ੋ। ਛੇਵੇਂ ਪਾਤਸ਼ਾਹ ਖੁਸ਼ ਹੋ ਕੇ ਬੋਲੇ, ਜਾ ਧੀਏ ਸਿੱਖੀ ਤਾਂ ਤੇਰੀ ਕੁੱਲ ਵਿੱਚ ਚਾਂਦੀ ਦੀ ਤਰ੍ਹਾਂ ਚਮਕੇਗੀ। ਉਸ ਵਕਤ ਚਾਂਦੀ ਦੇ ਗਹਿਣਿਆਂ ਨੂੰ ਪ੍ਰੈਫਰੈਂਸ ਦਿੰਦੇ ਸੀ ਲੋਕ। ਤਾਂ ਉਹ ਸੀਸ ਲੈ ਕੇ ਚਲੇ ਗਏ। 1 ਸਾਲ ਬਾਅਦ ਉਹਨਾਂ ਦੇ ਮਹਾਰਾਜ ਨੇ ਕਿਰਪਾ ਕੀਤੀ, ਬੇਟਾ ਹੋਇਆ। ਨਾਮ ਰਖਾਉਣ ਛੇਵੇਂ ਪਾਤਸ਼ਾਹ ਕੋਲ ਆਏ ਡਰੋਲੀ ਭਾਈ, ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੱਸ ਪਏ। ਕਹਿੰਦੇ ਧੀਏ ਨਾਮ ਤਾਂ ਉਦਣ ਹੀ ਰੱਖ ਦਿੱਤਾ ਸੀ। ਕਹਿੰਦੇ ਮਹਾਰਾਜ ਉਸੇ ਦਿਨ? ਕਹਿੰਦੇ ਕਿਹਾ ਸੀ ਨਾ ਸਿੱਖੀ ਤਾਂ ਤੇਰੀ ਕੁੱਲ 'ਚ ਚਾਂਦੀ ਦੀ ਤਰ੍ਹਾਂ ਚਮਕੇਗੀ। ਉਦੋਂ ਚਾਂਦੀ ਦੇ ਗਹਿਣੇ ਲੋਕ ਪਹਿਨਦੇ ਸੀ, ਚਾਂਦੀ ਨੂੰ ਪ੍ਰੈਫਰੈਂਸ ਦਿੰਦੇ ਸੀ। ਪਾਤਸ਼ਾਹ ਕਹਿੰਦੇ ਚਾਂਦੀ ਦੀ ਤਰ੍ਹਾਂ ਸਿੱਖੀ ਚਮਕੇਗੀ। ਉਦਣੇ ਕਹਿ ਦਿੱਤਾ ਸੀ ਤੇਰੇ ਪੁੱਤਰ ਹੋਏ, ਜਾਂ ਇਹਦਾ ਨਾਮ ਭਾਈ ਰੂਪਾ ਰੱਖ ਦਿਓ। ਰੂਪੇ ਦਾ ਅਰਥ ਵੀ ਚਾਂਦੀ। ਔਰ ਸਾਧ ਸੰਗਤ ਐਸਾ ਛੇਵੇਂ ਪਾਤਸ਼ਾਹ ਨੇ ਸਿੱਖੀ ਬਖਸ਼ੀ। ਮੋਗੇ ਤੋਂ ਲੈ ਕੇ ਮਾਲਵੇ ਦੀ ਬੈਲਟ ਵੇਖ ਲਿਓ, 20 ਤੋਂ 22 ਪਿੰਡ ਘੱਟੋ ਘੱਟ ਭਾਈ ਰੂਪਾ ਜੀ ਦੇ ਨਾਂ ਤੇ ਵਸਦੇ ਨੇ ਅੱਜ। ਇੰਨੀ ਲੰਬੀ ਉਹਨਾਂ ਦੀ ਕੁੱਲ ਸਿੱਖੀ ਚੱਲੀ। ਉੱਥੋਂ ਚੱਲ ਪਾਓਗੇ ਤੁਸੀਂ ਜਦੋਂ ਮੋਗੇ ਤੋਂ ਠੱਠੀ ਭਾਈ, ਬਵੀਹਾ ਭਾਈ, ਤਲਵੰਡੀ ਭਾਈ, ਭਗਤਾ ਭਾਈ, ਜਿੰਨੇ ਪਿੰਡ ਅੱਗੇ ਦੇਖੋਗੇ ਤੁਸੀਂ, ਇਹ ਸਾਰੇ ਭਾਈ ਸਾਹਿਬ ਦੇ ਨਾਮ ਹੁੰਦੇ। ਸਮਾਧ ਭਾਈ, ਰੂਪਾ ਭਾਈ, ਇਹ ਸਾਰੇ ਦੇ ਸਾਰੇ ਪਿੰਡ। ਕਹਿਣ ਤੋਂ ਭਾਵ ਇਹ ਹੈ ਗੁਰੂ ਕੋਲੋਂ ਜੋ ਮੰਗ ਲਓ। ਉਦਣ ਜੇ ਹੁਣ ਸੁਭਾਗ ਭਰੇ ਬੱਚਿਆਂ ਨੂੰ ਪਤਾ ਹੀ ਨਹੀਂ ਜੋੜੀ ਨੂੰ, ਉਹ ਗੱਲਾਂ ਹੀ ਕਰੀ ਜਾ ਰਹੇ ਆ। ਉਹਨਾਂ ਨੂੰ ਸਮਝਾਉਣ ਦੀ ਲੋੜ ਸੀ, ਬੇਟਾ ਹਜੇ ਪੂਰੀ ਇਕਾਗਰਤਾ ਨਾਲ ਐ ਸਹਿਜ ਦੇ ਨਾਲ ਬੈਠੋ। ਕਿਸੇ ਤਰ੍ਹਾਂ ਦਾ ਤੁਹਾਡੇ ਮਨ ਦੇ ਅੰਦਰ ਕੋਈ ਡਰ ਭੈ ਨਹੀਂ ਹੋਣਾ ਚਾਹੀਦਾ। ਅੱਜ ਗੁਰੂ ਕੋਲ ਤੁਸੀਂ ਆਏ ਹੋ, ਅੱਜ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਡੀ ਸ਼ੁਰੂ ਹੋਣੀ। ਇਹ ਚੀਜ਼ਾਂ ਸਮਝਾਉਣ ਦੀ ਲੋੜ ਸੀ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਆਪਣੇ ਪੇਰੈਂਟਸ ਦੀ ਰਿਸਪੈਕਟ ਕਰੋ। ਜੇ ਆਪਾਂ ਚਾਹੁੰਦੇ ਕਿ ਸਾਡੇ ਬੱਚੇ ਸਾਡੀ ਰਿਸਪੈਕਟ ਕਰਨ, ਫਿਰ ਆਪਾਂ ਆਪਣੇ ਪੇਰੈਂਟਸ ਦੀ ਰਿਸਪੈਕਟ ਕਰੀਏ। ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝੀਏ। ਇਹ ਸੰਜੋਗ ਤੁਰ ਦਰਗਾਹ ਰੱਬ ਦਾ ਲਿਖਿਆ ਹੁੰਦਾ ਹੈ, ਪਰ ਤੋੜਨ ਵਿੱਚ ਦੋਸ਼ ਸਾਡਾ, ਉਹ ਰੱਬ ਦਾ ਦੋਸ਼ ਨਹੀਂ ਹੈ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਬੱਚਿਆਂ ਨੂੰ ਚੰਗੇ ਗੁਣ, ਚੰਗੀ ਸਿੱਖਿਆ ਜ਼ਰੂਰ ਦਿਓ। ਅੱਛਾ, ਇੱਕ ਕਲਚਰ ਖਤਮ ਹੋ ਰਿਹਾ, ਮੇਰਾ ਸਮਾਂ ਸਮਾਪਤ ਹੈ। ਸਿੰਘ ਸਾਹਿਬ ਜੀ, ਅੱਗੇ ਜਦੋਂ ਬੱਚੇ ਬੱਚੀ ਦਾ ਆਨੰਦ ਕਾਰਜ ਹੋਣਾ ਨਾ, ਤਾਂ ਜੋੜਾ ਚੁੱਕ ਲੈਂਦੇ ਸੀ। ਲਾਵਾਂ ਤੇ ਬੈਠੇ ਆ, ਬਾਹਰ ਜੋੜਾ ਚੁੱਕ ਲੈਣਾ ਬੱਚੀਆਂ ਨੇ। ਹੁਣ ਲੋਕੀ ਪਤਾ ਕੀ ਕਰਨ ਲੱਗ ਪਏ, ਜਦੋਂ ਬਰਾਤ ਜਾਂਦੀ ਹੈ ਤੇ ਜਾਂਦੇ ਆ ਕਹਿ ਦਿੰਦੇ ਨੇ ਰੀਵਨ ਕਟਾਉਣ ਲੱਗਿਆ, ਸਾਰਾ ਹੀ ਇਕੱਠਾ ਹੀ ਸਗਨ ਲੈ ਲਓ ਜੀ, ਇਕੱਠਾ ਹੀ। ਹੱਦ ਹੋ ਗਈ ਗੱਲ ਵਾਲੀ। ਕਹਿੰਦੇ ਜੋੜਾ ਚੁੱਕਣ ਦਾ ਵੀ ਵਿੱਚੇ ਹੀ ਸਗਨ ਲੈ ਲਓ ਜੀ। ਇਹ ਠੇਕਾ ਕੀਤਾ ਕੋਈ? ਟੈਂਡਰ ਭਰਿਆ ਹੋਇਆ, ਇਕੱਠਾ ਹੀ ਸਗਨ ਲੈ ਲਓ। ਕਾਹਦੇ ਵਾਸਤੇ? ਵਿਚਲੇ ਜੋ ਲੌਜਿਕ ਸੀ ਉਹ ਭੁੱਲ ਗਏ ਲੋਕ। ਉਹਦੇ ਵਿਚਲੇ ਲੌਜਿਕ ਅਸੀਂ ਖਤਮ ਕਰ ਦਿੱਤੇ। ਉਹ ਜੋੜਾ ਜਿਹੜੇ ਪੈਰਾਂ ਦਾ, ਲਾੜੇ ਦਾ ਜੋੜਾ ਚੁੱਕਦੇ ਸੀ, ਉਹ ਜੋੜਾ ਪੈਸੇ ਲੈਣ ਵਾਸਤੇ ਨਹੀਂ ਸੀ ਚੁੱਕਿਆ ਜਾਂਦਾ। ਪੈਸੇ ਸਗਨ ਲੈਣ ਨਹੀਂ ਸੀ ਚੁੱਕਦੇ। ਜਦੋਂ ਲਾਵਾਂ ਤੋਂ ਉੱਠ ਕੇ ਸੁਭਾਗ ਭਰੀ ਜੋੜੀ ਨੇ ਬਾਹਰ ਆਉਣੇ, ਤਾਂ ਲਾੜੇ ਦੇ ਪੈਰ ਦਾ ਇੱਕ ਜੋੜਾ ਚੁੱਕਿਆ ਹੁੰਦਾ ਸੀ, ਦੋ ਨਹੀਂ ਸੀ ਚੁੱਕਦੇ। ਇੱਕ ਪਿਆ ਹੁੰਦਾ ਸੀ। ਹੁਣ ਉਹ ਇੱਕ ਜੋੜਾ ਪਾ ਕੇ ਕਿਵੇਂ ਤੁਰੇ? ਸੋਭਾ ਨਹੀਂ ਦਿੰਦਾ। ਪੈਰ ਵਿੱਚ ਇੱਕ 'ਚ ਤੁਸੀਂ ਜੋੜਾ ਪਾਇਆ ਹੋਇਆ, ਇੱਕ ਪੈਰ ਨੰਗਾ ਹੈ, ਇੱਕ ਪੈਰ 'ਚ ਸ਼ੂ ਪਾ ਕੇ ਕਿਵੇਂ ਤੁਰੋਗੇ? ਸੋਹਣਾ ਨਹੀਂ ਲੱਗ ਰਿਹਾ, ਸੋਭਾ ਨਹੀਂ ਦਿੰਦਾ। ਇੱਕ ਪੈਰ ਦਾ ਜੋੜਾ ਪਤਾ ਕਿਉਂ ਚੁੱਕਿਆ ਸੀ? ਲੌਜਿਕ ਸੀ ਉਹਦੇ ਵਿੱਚ। ਉਹ ਠੀਕ ਹੈ, ਉਹ ਮਾੜਾ ਮੋਟਾ ਪਿਆਰ ਨਾਲ ਸਗਨ ਦੇ ਦਿੰਦੇ ਸੀ। ਲੌਜਿਕ ਇਹ ਸੀ। ਅੱਜ ਤੁਹਾਡੀਆਂ ਲਾਵਾਂ ਹੋਈਆਂ ਨੇ, ਆਨੰਦ ਕਾਰਜ ਹੋਇਆ, ਤੁਸੀਂ ਗ੍ਰਸਥ ਧਰਮ ਵਿੱਚ ਆਏ ਹੋ। ਅੱਜ ਤੁਹਾਡੀਆਂ ਰਿਸਪੌਂਸਿਬਿਲਟੀਆਂ, ਜ਼ਿੰਮੇਵਾਰੀਆਂ ਵੱਧ ਗਈਆਂ ਨੇ। ਅੱਜ ਜੋੜਾ ਇੱਕ ਚੁੱਕਣ ਦਾ ਭਾਵ ਇਹ ਸੀ, ਪੈਰ ਵਿੱਚ ਇੱਕ ਜੋੜਾ ਪਾਇਆ, ਇੱਕ ਪੈਰ 'ਚ ਜੋੜਾ ਪਾ ਕੇ ਦੂਜਾ ਪੈਰ ਸੁੰਨੇ, ਇੱਕ ਪੈਰ 'ਚ ਜੋੜਾ ਪਾ ਕੇ ਤੁਰਦਿਆਂ ਸੋਭਾ ਨਹੀਂ ਦਿੰਦਾ। ਜਿਵੇਂ ਇੱਕ ਜੋੜੇ ਤੋਂ ਬਗੈਰ ਤੂੰ ਸੋਭਾ ਨਹੀਂ ਦੇ ਰਿਹਾ, ਏਦਾਂ ਤੂੰ ਪਤਨੀ ਤੋਂ ਬਗੈਰ ਸੋਭਾ ਨਹੀਂ ਦੇਣਾ। ਅੱਜ ਤੋਂ ਬਾਅਦ ਤੁਸੀਂ ਸੋਭਾ ਤਾਂ ਪਾਉਣੀ ਹੈ ਜੇ ਦੋਏ ਇਕੱਠੇ ਤੁਰੋਗੇ।
ਜੇ ਦੋਏ ਇਕੱਠੇ ਰਹੋਗੇ ਤਾਂ ਹੀ ਤਾਂ ਤੁਹਾਨੂੰ ਸੁਭਾਗ ਭਰਾ ਜੋੜਾ ਕਿਹਾ, ਸੁਭਾਗ ਭਰੀ ਜੋੜੀ। ਤੁਸੀਂ ਜੋੜੀ ਹੋ। ਇਹ ਇੱਕ ਪੈਰ 'ਚ ਪਾਇਆ ਜੋੜਾ ਜਿਵੇਂ ਸੋਭਾ ਨਹੀਂ ਦਿੰਦਾ, ਏਦਾਂ ਕੱਲੇ ਕੱਲੇ ਤੁਰੋਗੇ ਸੋਭਾ ਨਹੀਂ ਦਿਓਗੇ, ਇਕੱਠੇ ਚੱਲੋਗੇ ਦੁਨੀਆ 'ਚ ਸੋਭਾ ਪਾਓਗੇ। ਇਹ ਲੋਕ ਸੁਖੀ ਪਰ ਲੋਕ ਸੁਹੇਲੇ ਹੋਣਗੇ। ਇਹ ਲੌਜਿਕ ਸੀ ਉਹਦੇ ਵਿੱਚ। ਤਾਂ ਹੀ ਤੁਸੀਂ ਵੇਖੋਗੇ ਪਹਿਲਾਂ ਜਦੋਂ ਆ ਬੱਚੇ ਜਿਹੜੇ ਵਿੱਚ ਬੈਚਲਰ ਬੈਠੇ ਨੇ ਅਨਮੈਰਿਡ, ਤੁਹਾਨੂੰ ਵਿਆਹ ਸ਼ਾਦੀ ਤੇ ਕੋਈ ਪੁੱਛਦਾ ਵੀ ਗਿਆ ਨੂੰ, ਇਹੀ ਕਹਿਣਗੇ ਬਈ ਜੀ ਮਾਸੀ ਜੀ ਨਹੀਂ ਆਏ, ਮਾਮੀ ਜੀ ਨਹੀਂ ਆਏ, ਭੂਆ ਜੀ ਨਹੀਂ ਆਏ, ਫੁੱਫੜ ਕਿਉਂ ਨਹੀਂ ਆਇਆ, ਮਾਮਾ ਕਿਉਂ ਨਹੀਂ, ਏਦਾਂ ਪੁੱਛਦੇ ਨੇ। ਆਫਟਰ ਮੈਰਿਜ, ਵਿਆਹ ਤੋਂ ਬਾਅਦ ਸਿੱਧਾ ਪੁੱਛਣਗੇ ਤੁਹਾਡੇ ਘਰ ਵਾਲੀ ਨੂੰ, ਭੈਣ ਜੀ ਕਿਉਂ ਨਹੀਂ ਆਏ ਜੀ, ਉਹਨਾਂ ਨੂੰ ਬੱਚਿਆਂ ਨੂੰ ਕਿਉਂ ਨਹੀਂ ਨਾਲ ਲੈ ਕੇ ਆਏ, ਆਪਣੀ ਵਾਈਫ ਨੂੰ ਨਾਲ ਕਿਉਂ ਨਹੀਂ ਲਿਆਂਦਾ। ਇੱਕ ਦੂਜੇ ਤੋਂ ਬਗੈਰ ਸੋਭਾ ਹੀ ਨਹੀਂ ਦੇਣੀ। ਜਦੋਂ ਇਹ ਚੀਜ਼ ਸਮਝ ਆ ਗਈ ਫਿਰ ਇੱਕ ਦੂਜੇ ਦਾ ਜੀਵਨ ਸਾਥੀ ਉਹ ਬਣ ਜਾਂਦਾ ਹੈ। ਸੰਸਕ੍ਰਿਤ ਵਿੱਚ ਅਰਥੰਗਣੀ ਕਹਿੰਦੇ ਨੇ, ਇੱਕ ਦੂਜੇ ਦੇ ਅੱਧੇ ਅੱਧੇ ਅਧੂਰੇ ਹਾਂ ਇੱਕ ਦੂਜੇ ਤੋਂ ਬਗੈਰ। ਇਹ ਚੀਜ਼ਾਂ ਸਮਝਾਉਣੀਆਂ ਸੀ। ਆਪਣੇ ਬੱਚਿਆਂ ਨੂੰ ਸਿੱਖਿਆ ਜ਼ਰੂਰ ਦਿਓ। ਸੁਭਾਗ ਭਰੀ ਜੋੜੀ ਨੂੰ ਸਮਝਾਓ, ਬੇਟਾ ਬਾਣੀ ਪੜ੍ਹਨੀ ਸ਼ੁਰੂ ਕਰੋ, ਆਦਤਾਂ ਬਦਲੋ, ਇੱਕ ਦੂਜੇ ਤੇ ਵਿਸ਼ਵਾਸ ਰੱਖੋ। ਇਹ ਰਿਸ਼ਤਾ ਵਿਸ਼ਵਾਸ ਦੇ ਸਿਰ ਤੇ ਨਿਭਦਾ ਹੈ। ਇਹ ਚੀਜ਼ਾਂ ਜ਼ਰੂਰ ਸਮਝਾਓ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਸਾਧ ਸੰਗਤ, ਇੱਕ ਹੋਰ ਕੁਰੀਤੀਆਂ ਬਹੁਤ ਨੇ। ਉਹ ਕੁਰੀਤੀਆਂ ਪਤਾ ਕੀ ਨੇ? ਸਿੰਘ ਸਾਹਿਬ ਬੈਠੇ ਨੇ, ਕਦੇ ਕੌਮ ਨੂੰ ਇਸ ਤਰੀਕੇ ਨਾਲ ਸੋਚ ਕੇ ਇੱਕ ਫੈਸਲਾ ਲੈ ਕੇ ਵੇਖਣਾ ਚਾਹੀਦਾ ਹੈ। ਸਾਡਾ ਕੋਈ ਟਾਈਮ ਟੇਬਲ ਹੋਣਾ ਚਾਹੀਦਾ ਆਨੰਦ ਕਾਰਜ ਦਾ। ਸੂਹੀ ਰਾਗ ਦਾ ਜੋ ਵਕਤ ਹੈ ਔਰ ਸੂਹੀ ਰਾਗ ਮਲਾਪ ਦਾ ਰਾਗ ਹੈ, ਉਹਦੇ ਵਿੱਚ ਹੀ 4 ਲਾਵਾਂ ਹੋਣਗੀਆਂ, ਉਹਦੇ ਵਿੱਚ ਹੀ ਕੁੜਮ ਕੁੜਮਾਈ ਆਇਆ ਸ਼ਬਦ ਹੋਏਗਾ ਔਰ ਉਹਦਾ ਕੋਈ ਵਕਤ ਹੋਣਾ ਚਾਹੀਦਾ। ਸਿਆਣੇ ਕਹਿੰਦੇ ਸਨ, ਵੇਲੇ ਦਾ ਰਾਗ ਕਵੇਲੇ ਦੀਆਂ ਟੱਕਰਾਂ, ਪੰਜਾਬੀ ਦੀ ਕਹਾਵਤ ਹੈ। ਕੋਈ ਟਾਈਮ ਟੇਬਲ ਹੋਣਾ ਚਾਹੀਦਾ ਕਿ ਘੱਟੋ ਘੱਟ 12 ਵਜੇ ਤੋਂ ਪਹਿਲਾਂ ਪਹਿਲਾਂ ਆਨੰਦ ਕਾਰਜ ਹੋ ਜਾਣੇ ਚਾਹੀਦੇ ਨੇ। ਉਸ ਰਾਗ ਦਾ ਉਹ ਵਕਤ ਹੈ। ਲੋਕ ਸੱਜਰੇ ਇਸ ਵਕਤ ਤੇ ਟਾਈਮ ਸਿਰ ਆਉਣਗੇ। ਅਸੀਂ ਟਾਈਮ ਟੇਬਲ ਵਿਗਾੜ ਲਏ ਨੇ। ਕੋਈ 2 ਵਜੇ ਗੁਰਦੁਆਰੇ ਆ ਰਿਹਾ ਹੈ, ਕੋਈ 4 ਵਜੇ ਆ ਰਿਹਾ ਹੈ। ਇੱਕ ਸਾਡੇ 2 ਗੁਰਦੁਆਰੇ ਉੱਥੇ ਹਨ, ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਇਹ ਲਾਵਾਂ ਕਿਹੜੇ ਵੇਲੇ ਕਰਾ ਰਹੇ ਹੋ? ਪਤਾ ਕਿਹੜੇ ਵੇਲੇ? ਰਾਤ ਨੂੰ 10:30 ਵਜੇ। ਮੈਂ ਕਿਹਾ ਇਹ ਕਿਉਂ ਕਰਾ ਰਹੇ ਹੋ? ਕਹਿੰਦੇ ਭਾਈ ਸਾਹਿਬ ਜੀ ਰਾਤਾਂ ਦੇ ਵਿਆਹ ਕਰਨ ਲੱਗ ਪਏ ਲੋਕ, ਪਹਿਲਾਂ ਲਾਵਾਂ ਲੈ ਲੈਂਦੇ ਨੇ ਫਿਰ ਉੱਥੇ। ਕਿਉਂ? ਮੈਂ ਕਿਹਾ ਅੰਮ੍ਰਿਤ ਵੇਲੇ ਕਹਿ ਦੋ। ਕਹਿੰਦੇ ਜੀ ਫਿਰ ਉਹਨੀ ਸ਼ਰਾਬ ਨਹੀਂ ਪੀਣੀ ਹੁੰਦੀ। ਹੱਦ ਹੋ ਗਈ ਗੱਲ ਵਾਲੀ। ਅਸੀਂ ਕਿਸੇ ਲਾਲਚ ਵਿੱਚ ਆਪਣੀ ਮਰਿਆਦਾ ਵੀ ਵਿਗਾੜ ਲਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੋਣਾ ਚਾਹੀਦਾ ਹੈ, ਇਹ ਮਰਿਆਦਾ ਸੀ। ਉਤੋਂ ਬਾਹਰ ਜਾ ਕੇ ਅਸੀਂ ਉਲੰਘਣਾ ਕਰਨ ਲੱਗ ਪਏ। ਰਾਤ ਨੂੰ 10 ਵਜੇ ਲਾਵਾਂ ਹੋ ਰਹੀਆਂ ਨੇ, 10:30 ਹੋ ਰਹੀਆਂ ਨੇ। ਸਾਨੂੰ ਤਾਂ ਆਪਣਾ ਹਿਸਾਬ ਕਿਤਾਬ ਚਾਹੀਦਾ, ਪੈਸੇ ਬਾਕੀ ਜੋ ਮਰਜ਼ੀ ਹੋਵੇ। ਨਹੀਂ, ਇੱਥੇ ਕੌਮ ਨੂੰ ਮਰਿਆਦਾ ਬਣਾਉਣੀ ਪੈਣੀ। ਘੱਟੋ ਘੱਟ ਕੋਈ ਸਮਾਂ ਹੋਣਾ ਚਾਹੀਦਾ, ਟਾਈਮ ਹੋਣਾ ਚਾਹੀਦਾ, ਇੰਨੇ ਵਜੇ ਹੀ ਹੋਏਗੀ। ਮੈਂ ਬਾਹਰ ਜਦੋਂ ਵਿਦੇਸ਼ਾਂ ਵਿੱਚ ਜਾਂਦਾ, ਉੱਥੇ ਮੈਂ ਵੇਖਿਆ, ਮੈਂ ਉਹਨਾਂ ਪ੍ਰਬੰਧਕਾਂ ਨੂੰ ਕਿਹਾ ਇਹ 35% ਲੋਕਾਂ ਦੇ ਕੇਸ ਆ ਰਹੇ ਨੇ ਵੀ ਧੜੋ ਧੜੀ ਰਿਸ਼ਤੇ ਟੁੱਟ ਰਹੇ ਨੇ, ਰਿਸ਼ਤੇ ਟੁੱਟ ਰਹੇ ਨੇ, ਐਵੇਂ ਨਹੀਂ ਸਮਝ ਰਹੇ। ਤੁਸੀਂ ਕੀ ਕਰਦੇ ਹੋ? ਕਹਿੰਦੇ ਭਾਈ ਸਾਹਿਬ ਅਸੀਂ ਕੀ ਕਰੀਏ? ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਿਰਫ ਇੰਨਾ ਹੀ ਕਰਦੇ ਹੋ, ਵਿਆਹ ਬੁੱਕ ਕਰਾਉਣ ਆਉਂਦੇ ਨੇ, ਤੁਸੀਂ ਹਾਲ ਬੁੱਕ ਕਰ ਲਿਆ। ਹਾਲ ਬੁੱਕ ਕਰਨ ਤੋਂ ਬਾਅਦ ਇੰਨੇ ਕੜਾਹ ਪ੍ਰਸ਼ਾਦ ਦੇ ਪੈਸੇ, ਇੰਨੇ ਕੀਰਤਨ ਦੇ, ਇੰਨੇ ਲਾਵਾਂ ਦੇ, ਇੰਨੇ ਕਥਾ ਦੇ, ਇੰਨੇ ਕੀਰਤਨ ਸਭ ਲੈ ਲੈ। ਆਪਾਂ ਪੈਸੇ ਲੈ ਲਏ, ਉਹਨਾਂ ਨੂੰ ਹਾਲ ਦੇ ਦਿੱਤਾ, ਲਾਵਾਂ ਹੋ ਗਈਆਂ, ਉਹਨਾਂ ਦਾ ਰਿਸ਼ਤਾ ਟੁੱਟ ਗਿਆ। ਜ਼ਿੰਮੇਵਾਰ ਕੌਣ ਹੈ? ਕਹਿੰਦੇ ਸਾਡੀ ਕਾਹਦੀ ਜ਼ਿੰਮੇਵਾਰੀ ਹੈ? ਸਾਡੀ ਜ਼ਿੰਮੇਵਾਰੀ ਸੀ। ਪਤਾ ਕੀ? ਅਸੀਂ ਜਿਸ ਦਿਨ ਉਹ ਹਾਲ ਬੁੱਕ ਕਰਾਉਣ ਆਏ, ਜਿਸ ਦਿਨ ਗੁਰਦੁਆਰੇ ਉਹ ਲਿਖਾਉਣ ਆਏ ਕਿ ਫਲਾਣੇ ਦਿਨ ਆਨੰਦ ਕਾਰਜ ਅਸੀਂ ਕਰਾਉਣਾ, ਸਾਨੂੰ ਜਥਾ ਚਾਹੀਦਾ, ਸਾਨੂੰ ਭਾਈ ਸਾਹਿਬ ਚਾਹੀਦੇ ਨੇ, ਆਹ ਅਸੀਂ ਟਾਈਮ ਲਿਖਾਇਆ। ਉਦਣ ਇੱਕ ਪੰਪਲੇਟ ਦੋਵਾਂ ਬੱਚੇ ਤੇ ਬੱਚੀ ਨੂੰ ਦੇਣਾ ਚਾਹੀਦਾ ਸੀ, ਜਿਸ 'ਚ ਗ੍ਰਸਥ ਧਰਮ ਬਾਰੇ, ਜਿਸ ਵਿੱਚ ਇਹ ਦੱਸਿਆ ਜਾਵੇ ਕਿ ਲਾਵਾਂ ਕੀ ਹੈ, ਫੇਰੇ ਕੀ ਨੇ, ਕੀ ਜ਼ਿੰਮੇਵਾਰੀ ਹੈ, ਕੀ ਰਿਸਪੌਂਸਿਬਿਲਿਟੀ। ਘੱਟੋ ਘੱਟ ਦੋਵਾਂ ਬੱਚਿਆਂ ਨੂੰ ਉਹ ਐਜੂਕੇਸ਼ਨ, ਇੱਕ ਪੇਪਰ ਦੇਣਾ ਚਾਹੀਦਾ। ਛੋਟੀ ਜਿਹੀ ਗੱਡੀ ਡਰਾਈਵ ਕਰਨੀ ਸਿੱਖਣੀ, ਉਹਦਾ ਪੇਪਰ ਦੇਣਾ ਪੈਂਦਾ, ਉਹਦੇ ਬਾਰੇ ਪੜ੍ਹਾਇਆ ਜਾਂਦਾ। ਤੁਸੀਂ ਇੱਥੋਂ ਘਰ ਤੱਕ ਗੱਡੀ ਚਲਾਉਣੀ ਹੈ, ਉਹ ਸਾਈਨ ਬੋਰਡ ਪੜ੍ਹਾਏ ਜਾਂਦੇ ਨੇ, ਇਹਦਾ ਆਹ ਮਤਲਬ, ਇਹਦਾ ਆਹ ਮਤਲਬ, ਇਹਦਾ ਆਹ ਮਤਲਬ ਹੈ। ਉਹਨੂੰ ਟ੍ਰੈਫਿਕ ਦੇ ਰੂਲ ਸਿਖਾਏ ਜਾਂਦੇ ਨੇ। ਐਡੀ ਵੱਡੀ ਜ਼ਿੰਦਗੀ ਦੀ ਗੱਡੀ ਸ਼ੁਰੂ ਹੋਣ ਲੱਗੀ ਹੈ, ਉਹਦੇ ਬਾਰੇ ਕਿਉਂ ਨਹੀਂ ਸੀ ਸਮਝਾਉਣਾ? ਉਹਨਾਂ ਨੂੰ ਦੱਸਣਾ ਚਾਹੀਦਾ ਸੀ ਕਿ ਇਹਦੇ ਵਿੱਚ ਲਾਈਫ ਵਿੱਚ ਕੀ ਕੀ ਮੁਸ਼ਕਲਾਂ ਆਉਣੀਆਂ ਨੇ। ਬੇਟਾ ਆਹ ਕੋਈ ਤੁਹਾਨੂੰ ਮੁਸ਼ਕਲਾਂ ਦਰਪੇਸ਼ ਹੋਣਗੀਆਂ, ਇਹਨਾਂ ਦਾ ਹੱਲ ਇਸ ਤਰ੍ਹਾਂ ਕਰਨਾ ਹੈ।
ਕਾਲੇ ਨਹੀਂ ਪੈਣਾ, ਪੇਸ਼ੈਂਸ ਵਧਾਉਣੀ ਹੈ, ਛੋਟੀ ਛੋਟੀ ਗੱਲ ਉੱਤੇ ਰੁੱਸਣਾ ਨਹੀਂ, ਇੱਕ ਦੂਜੇ ਦੀ ਰਿਸਪੈਕਟ ਰੱਖਣੀ ਹੈ, ਈਗੋ ਤੋਂ ਬਚਣਾ ਹੈ। ਰਿਸ਼ਤਾ ਉਦੋਂ ਟੁੱਟਦਾ ਜਦੋਂ ਈਗੋ ਪੈਦਾ ਹੋ ਜਾਏ, ਮੋਰੇ ਬਰਾਬਰ ਆਰਗੂਮੈਂਟ ਹੋਣ ਲੱਗ ਜਾਏ, ਮੈਂ ਕਿਹਾ ਤੁਸੀਂ ਵੀ ਕਹੋ, ਤੁਸੀਂ ਕਹੋ ਮੈਂ ਵੀ ਕਿਹਾ, ਦੋਏ ਇਹ ਰਿਸ਼ਤਾ ਤਾਂ ਖਰਾਬ ਹੁੰਦਾ ਹੈ। ਜਰਨ ਸ਼ਕਤੀ ਚਾਹੀਦੀ ਹੈ। ਦੇਖੋ ਇੱਕ ਦਰਖਤ ਹੈ ਜਿਹਨੂੰ ਪੰਜਾਬ 'ਚ ਤੂਤ ਕਹਿੰਦੇ ਨੇ, ਉਹਦੀਆਂ ਤੂਤੀਆਂ ਇੱਥੇ ਸ਼ਹਿਰਾਂ 'ਚ ਵੀ ਵੇਚਦੇ, ਬਰੀਕ ਟਾਹਣੀਆਂ ਉਹਦੀਆਂ ਸਿਆਲਾਂ ਨੂੰ ਵੱਢਦੇ ਨੇ ਤੇ ਫੋਲਡ ਕਰਕੇ ਉਹਦੇ ਟੋਕਰੇ ਬਣਾ ਲੈਂਦੇ ਨੇ। ਕਈ ਸਾਲ ਉਹਨਾਂ 'ਚ ਕੂੜਾ ਚੁੱਕਿਆ ਜਾਂਦਾ ਹੈ, ਘਰ ਦੀ ਸਫਾਈ ਹੁੰਦੀ ਹੈ, ਉਹ ਕੂੜਾ ਚੁੱਕਦੇ ਨੇ ਉਹਦੇ ਨਾਲ। ਜਿੰਨੀ ਦੇਰ ਤੂਤ ਦੀਆਂ ਛਟੀਆਂ ਨਰਮ ਨੇ, ਜਿੱਧਰ ਮਰਜ਼ੀ ਫੋਲਡ ਕਰ ਲਓ, ਜਦੋਂ ਸੁੱਕ ਗਈਆਂ ਸਵਾਹੇ ਬਾਲਣ ਤੋਂ ਕਿਸੇ ਕੰਮ ਨਹੀਂ ਆਉਣਗੀਆਂ। ਅਜੇ ਬੱਚੇ ਬੱਚੀ ਦੀ ਸ਼ਾਦੀ ਹੋਣੀ ਹੈ, ਸਮਝਾਉਣਾ ਚਾਹੀਦਾ ਸੀ। ਬਾਅਦ ਵਿੱਚ ਜਿਹੜੀਆਂ ਮਿਸਟੇਕ ਹੁੰਦੀਆਂ ਫਿਰ ਉਹਨਾਂ ਨੂੰ ਸੁਧਾਰਨਾ ਬਹੁਤ ਔਖਾ ਹੈ, ਬਾਅਦ ਵਿੱਚ ਸੁਧਾਰਨਾ ਬਹੁਤ ਔਖਾ ਹੈ। ਫਿਰ ਉਹ ਚਲੋ ਪ੍ਰਬੰਧਕਾਂ ਗੱਲ ਮੰਨੀ, ਕੁਛ ਮੈਂ ਵੀ ਇੱਥੋਂ ਇਸ ਤਰ੍ਹਾਂ ਦੀਆਂ ਵਿਚਾਰਾਂ ਲਿਖ ਕੇ ਕੱਲੀਆਂ, ਉਹਨਾਂ ਨੇ ਵੀ ਲਿਖੇ। ਉਹਨਾਂ ਪੰਪਲੇਟ ਹੁਣ ਛਾਪੇ ਨੇ, ਵੈਸੇ ਲਾਵਾਂ ਤੋਂ ਪਹਿਲਾਂ ਉਹ ਬੱਚੇ ਬੱਚੀ ਨੂੰ ਦੇਣ ਲੱਗ ਪਏ ਨੇ। 2-3 ਪੇਜਾਂ ਦਾ ਉਹ ਲੇਖ ਲਿਖਿਆ ਹੋਇਆ, ਵਿਆਹ ਕੇ ਆਨੰਦ ਕਾਰਜ। ਇਹ ਨੈੱਟ ਉੱਤੇ ਵੀ ਮੈਂ ਕਥਾ ਪਾਈ ਹੈ, ਉਹਦਾ ਸਰਲੇਖ ਹੋਣਾ ਵਿਆਹ ਕੇ ਆਨੰਦ ਕਾਰਜ ਕੀ ਹੈ। ਇਹ ਇਕੱਲਾ ਵਿਆਹ ਨਹੀਂ ਹੈ, ਇਹਨੂੰ ਆਨੰਦ ਕਾਰਜ ਦਾ ਰੂਪ ਗੁਰੂ ਨੇ ਦਿੱਤਾ ਹੈ। ਉਹਨੂੰ ਸਮਝਣ ਦੀ ਜ਼ਰੂਰਤ ਹੈ। ਆਪਣੇ ਬੱਚਿਆਂ ਨੂੰ ਇਹਦੇ ਬਾਰੇ ਜ਼ਰੂਰ ਐਜੂਕੇਸ਼ਨ ਦਿਓ ਔਰ ਬੱਚਿਆਂ ਨੂੰ ਸਮਝਾਓ। ਅੱਜ ਇੱਕ ਖਤਰਾ ਹੋਰ ਸਮਾਜ ਤੇ ਮੰਡਰਾ ਰਿਹਾ ਹੈ, ਉਹ ਇਹ ਹੈ ਕਿ ਬੱਚੇ 30+ ਹੋ ਰਹੇ ਨੇ ਔਰ ਮੈਰਿਜ ਵਾਸਤੇ ਹਾਮੀ ਨਹੀਂ ਭਰ ਰਹੇ। ਇਹ ਬਹੁਤ ਵੱਡਾ ਖਤਰੇ ਦਾ ਸੰਕੇਤ ਹੈ। ਇਹਦੇ ਬਾਰੇ ਡਾਕਟਰ ਹਰਸ਼ਿੰਦਰ ਕੌਰ ਮੈਡਮ ਆਏ ਹੋਣਗੇ, ਇੱਥੇ ਤੁਹਾਡੇ ਕੋਲ ਆਉਣਗੇ, ਉਹ ਜ਼ਰੂਰ ਬੋਲਣਗੇ ਇਹਦੇ ਉੱਤੇ। ਉਹਨਾਂ ਨੂੰ ਕਿਹੋ ਜ਼ਰੂਰ ਰਿਸਪੈਕਟ, ਉਹ ਜ਼ਰੂਰ ਇਹਦਾ ਉਲੇਖ ਕਰਨਗੇ। ਇਹ ਪ੍ਰੋਬਲਮਾਂ ਕਿਉਂ ਵੱਧ ਰਹੀਆਂ ਨੇ, ਕਿਹਨੇ ਸਮਝਾਉਣਾ ਸੀ ਉਹਨਾਂ ਬੱਚਿਆਂ ਨੂੰ? ਇਹ ਕਿਸੇ ਦੀ ਜ਼ਿੰਮੇਵਾਰੀ ਸੀ। ਔਰ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਮਰਿਆਦਾ ਰੱਖੋ। ਜਿਹੜੀ ਗੱਲ ਤੋਂ ਗੁਰੂ ਨੇ ਵਰਜਿਆ, ਮੈਂ ਤਾਂ ਬੇਬਾਕ ਹੋ ਕੇ ਕਹਿ ਦਿੰਦਾ ਹੁੰਦਾ, ਪਾਤਸ਼ਾਹ ਨੇ ਸਿੱਧਾ ਕਿਹਾ ਪਾਠ ਕਰੀ ਜਾਓ, ਤੀਰਥਾਂ ਤੇ ਜਾਓ, ਨੇਮ ਕਰ ਲਓ, ਵਰਤ ਰੱਖ ਲਓ, ਜੋ ਮਰਜ਼ੀ ਕਰ ਲਓ। ਜੇ ਤੁਸੀਂ ਗੁਰੂ ਦੀ ਇਹ ਗੱਲ ਨਾ ਮੰਨੀ, ਤੁਹਾਡਾ ਸਾਰਾ ਕੀਤਾ ਵਿਅਰਥ, ਰਸਾਤਲ। ਮਹਾਰਾਜ ਕਿਹੜੀ ਗੱਲ ਕਹਿੰਦੇ? ਸੁਰਾਪਾਨ ਬੰਦ ਕਰ ਦੇ, ਸ਼ਰਾਬ ਬੰਦ ਕਰ ਦੇ। ਜੇ ਵਿਆਹਾਂ 'ਚ ਲਾਇਸੈਂਸ ਲੈ ਲੈ ਕੇ ਪੰਜਾਬ 'ਚ ਚਲਾਉਣੀ ਹੈ ਸ਼ਰਾਬ, ਫਿਰ ਸਿੱਖੀ ਕਿੱਥੋਂ ਵਧੇਗੀ ਭਾਈ? ਤਾਂ ਸਾਧ ਸੰਗਤ ਇਹ ਜ਼ਰੂਰੀ ਸੀ। ਪਾਤਸ਼ਾਹ ਨੇ ਹੁਕਮ ਕੀਤਾ ਸੀ, ਕਬੀਰ ਭੰਗ ਮਾਸ਼ਲੀ ਸੁਰਾਪਾਨ, ਜੋ ਜੋ ਪ੍ਰਾਨੀ ਖਾਹੇ, ਤੀਰਥ ਵਰਤ ਨੇਮ ਕੀਏ ਤੇ ਸਭੈ ਰਸਤਲ ਜਾਹੇ। ਉਹ ਸਭ ਕੁਝ ਵਿਅਰਥ ਜਾਣੇ ਜਦੋਂ ਉਹਦੇ ਉਲਟ ਆਪਾਂ ਕੰਮ ਕਰਨ ਲੱਗ ਪਏ। ਇੱਕ ਚੀਜ਼, ਬੱਚੇ ਪੜ੍ਹੇ ਲਿਖੇ ਵਿੱਚ ਬੈਠੇ ਨੇ, ਤੁਹਾਡੇ ਕੰਮ ਆਉਣੇ। ਤੁਹਾਡੇ ਮੋਬਾਈਲਾਂ ਵਿੱਚ, ਕੰਪਿਊਟਰ 'ਚ, ਲੈਪਟਾਪ 'ਚ ਵਾਇਰਸ ਆ ਜਾਏ ਤਾਂ ਕੀ ਹੁੰਦਾ? ਮੋਬਾਈਲ ਸਲੋ ਚੱਲਣ ਲੱਗ ਪੈਂਦੇ, ਸਰਵਰ। ਅੱਛਾ, ਫਿਰ ਉਹ ਵਾਇਰਸ ਨਾ ਖਤਮ ਹੋਵੇ ਤਾਂ ਕੀ ਹੋਣਾ? ਉਹਨੇ ਹੈਂਗ ਹੋ ਜਾਣਾ, ਜੋ ਵਿੱਚ ਕੀਮਤੀ ਫਾਈਲਾਂ ਨੇ ਉਹ ਕਰਪਟ ਹੋ ਜਾਣਗੀਆਂ, ਖਤਮ ਹੋ ਜਾਣਗੀਆਂ। ਉਹਦੇ ਵਾਸਤੇ ਫਿਰ ਕੀ ਕਰਦੇ ਬੱਚੇ ਪੜ੍ਹੇ ਲਿਖੇ ਜਿਹੜੇ ਜ਼ਿਆਦਾ ਸਟੱਡੀ ਕਰਦੇ? ਉਹਨਾਂ ਮੁੱਲ ਖਰੀਦਦੇ ਨੇ, ਇੱਕ ਉਹਨੂੰ ਕਹਿੰਦੇ ਐਂਟੀ ਵਾਇਰਸ ਸੌਫਟਵੇਅਰ, ਉਹ ਮੁੱਲ ਰੱਖਦੇ, ਅਪਡੇਟ ਕਰਦੇ ਰਹਿੰਦੇ। ਜੇ ਕੋਈ ਵਾਇਰਸ ਆਵੇ ਤਾਂ ਖਤਮ ਹੋ ਜਾਂਦਾ, ਉਹਨੂੰ ਰੋਜ਼ ਅਪਡੇਟ ਕਰਨਾ ਪੈਂਦਾ। ਐਂਟੀ ਵਾਇਰਸ ਸੌਫਟਵੇਅਰ ਤੁਹਾਡੇ ਮੋਬਾਈਲਾਂ, ਕੰਪਿਊਟਰਾਂ, ਲੈਪਟਾਪ ਵਿੱਚੋਂ ਵਾਇਰਸ ਖਤਮ ਕਰ ਦਿੰਦਾ ਹੈ। ਇਹ ਰਿਸ਼ਤਿਆਂ ਵਿੱਚ ਵੀ ਵਾਇਰਸ ਆ ਜਾਂਦਾ ਹੈ, ਕ੍ਰੋਧ ਦਾ, ਈਰਖਾ ਦਾ, ਦਵੈਸ਼ ਦਾ, ਜੈਲਸੀ ਦਾ, ਕਾਮ ਕ੍ਰੋਧ ਲੋਮੋ ਹੰਕਾਰ ਈਰਖਾ ਦਵੈਸ਼। ਇਹਦੇ 25 ਅੱਗੇ ਹੋਰ ਪ੍ਰਕਿਰਤੀਆਂ ਨੇ, ਇਹ ਵਾਇਰਸ ਬਣ ਜਾਂਦੀਆਂ। ਮਹਾਰਾਜ ਇਹਨੂੰ ਕਿਵੇਂ ਖਤਮ ਕਰਨਾ ਫਿਰ ਮੱਤ ਵਿੱਚੋਂ? ਕਹਿੰਦੇ ਉਹਦੇ ਵਾਸਤੇ ਤੈਨੂੰ ਐਂਟੀ ਵਾਇਰਸ ਸੌਫਟਵੇਅਰ ਗੁਰੂ ਨੇ ਦਿੱਤਾ ਹੋਇਆ, ਉਹ ਰੋਜ਼ ਉੱਠ ਕੇ ਅਪਡੇਟ ਕਰਿਆ ਕਰ, ਸਭ ਕੁਝ ਖਤਮ ਹੋ ਜਾਣਾ, ਸਭ ਕੁਝ ਵਿੱਚੋਂ ਮੁੱਕ ਜਾਣਾ। ਮਹਾਰਾਜ ਉਹ ਕਿਹੜਾ ਹੈ? ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਉਹ ਕੀ ਕਰੇ? ਸੋ ਭਲ ਕੇ ਉਠ ਹਰ ਨਾਮ ਤੇ ਆਵੇ। ਉੱਠਦਿਆਂ ਸਾਰ ਉਹਦਾ ਫਸਟ ਵਰਕ ਐਵਰੀ ਡੇ ਇਹ ਹੋਣਾ ਚਾਹੀਦਾ ਹੈ, ਉਹਦੀ ਜ਼ੁਬਾਨ ਤੇ ਪਹਿਲਾਂ ਆਵੇ ਵਾਹਿਗੁਰੂ 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 ਵਾਹਿਗੁਰੂ। ਜੋ ਵਿਚਾਰਾਂ ਕੱਲ ਦੀ ਤਰੀਕ ਦੀਆਂ ਆਈਆਂ ਸੀ ਡਿਲੀਟ ਹੋ ਜਾਣੀ। ਇੱਕ ਨੁਕਤਾ ਮੈਂ ਤੁਹਾਨੂੰ ਦੇ ਜਾਂ, ਵੈਸੇ ਚਲੋ ਅੱਗੇ ਤੁਸੀਂ ਪ੍ਰਚਾਰ ਕਰਿਓ। ਅੱਜ ਤਰੀਕ ਕਿੰਨੀ ਹੈ? 18। ਅੱਜ ਦਿਨ ਉਹ ਹੈ, 18 ਤਰੀਕ ਹੈ। ਅੱਛਾ, ਦਿਨ ਸੈਟਰਡੇ ਹੈ।
ਜਦੋਂ 24 ਘੰਟੇ ਬਾਅਦ ਕੱਲ ਦਿਨ ਬਦਲਨੇ, ਤਰੀਕ ਵੀ ਬਦਲ ਜਾਣੀ ਹੈ। ਕੱਲ ਤਰੀਕ 19 ਹੋ ਜਾਣੀ ਹੈ, ਦਿਨ ਬਦਲ ਕੇ ਸੰਡੇ ਹੋ ਜਾਣਾ ਹੈ। ਅੱਛਾ, ਜਿਹੜੇ ਕੱਪੜੇ ਆਪਾਂ ਅੱਜ ਪਾਏ ਆ ਇਹ ਗੰਦੇ ਹੋ ਜਾਣੇ, ਇਹਨੂੰ ਆਪਾਂ ਕੀ ਕਰਨਾ, ਸੁੱਟ ਥੋੜੀ ਦੇਣੇ ਨੇ ਘਰੋਂ, ਧੋਣ ਵਾਸਤੇ ਰੱਖ ਲੈਣੇ, ਧੋ ਕੇ ਫਿਰ ਪਾਵਾਂਗੇ। ਜਿਹੜੇ ਥਾਲਾਂ ਵਿੱਚ ਭੋਜਨ ਪ੍ਰਸ਼ਾਦਾ ਆਪਾਂ ਘਰ ਜਾ ਕੇ ਛਕਿਆ ਭਾਂਡਿਆਂ 'ਚ, ਉਹਨੂੰ ਕੀ ਕਰਨਾ, ਬਾਹਰ ਸਿੱਟ ਦਿੰਦੇ ਹੋ ਕੱਢ ਕੇ, ਉਹਨੂੰ ਸਿੰਕ 'ਚ ਰੱਖਿਆ ਧੋਣ ਵਾਸਤੇ। ਏਦਾਂ ਹੀ ਹੋਇਆ ਨਾ। ਜਾਂ ਕੋਈ ਬੰਦਾ ਐ ਹੈ ਤੁਹਾਡੇ 'ਚ ਬੈਠਾ, ਜਿਹੜਾ ਰਾਤੀ ਬੀਬੀਓ ਭੈਣੋ ਬੰਦਿਓ ਰਾਤੀ ਪ੍ਰਸ਼ਾਦਾ ਛਕਣ ਲੱਗਿਆ, ਥਾਲੀ 'ਚ ਮੈਂ 2-3 ਕੌਲੀਆਂ ਸਬਜ਼ੀ ਰੋਟੀ ਦਾਲ ਹੋਰ ਸੈਲਡ ਰੱਖਿਆ, ਖਾ ਲਿਆ ਪ੍ਰਸ਼ਾਦਾ। ਛਕਣ ਤੋਂ ਬਾਅਦ ਇਹ ਕਿਸੇ ਨੇ ਕਦੇ ਕਿਹਾ ਬਈ ਕੱਲ ਨੂੰ ਰੋਟੀ ਫਿਰ ਖਾਣੀ ਹੈ, ਜੂਠਾ ਹੀ ਰੱਖ ਲਓ? ਕਿਹਾ ਕਿਸੇ ਨੇ? ਮੇਰੀ ਥਾਲ ਵਿੱਚ 3 ਕੌਲੀਆਂ ਸੀ, ਮੈਂ ਰੋਟੀ ਖਾਦੀ। ਇਹ ਕਦੇ ਕੋਈ ਕਹਿੰਦਾ ਰਾਤ ਨੂੰ ਕੱਲ ਸਵੇਰੇ ਫਿਰ ਵੀ ਤਾਂ ਖਾਣੀ ਹੈ, ਨਾ ਧੋਵੋ, ਏਦਾਂ ਹੀ ਰੱਖ ਲਓ? ਨਹੀਂ, ਜੂਠੇ ਨਹੀਂ ਰੱਖੇ, ਧੋ ਲਏ। ਮੈਲੇ ਕੱਪੜੇ ਨਹੀਂ ਰੱਖੇ ਕਬੜ ਵਿੱਚ, ਮਸ਼ੀਨ 'ਚ ਧੋ ਕੇ ਪ੍ਰੈਸ ਕਰਵਾ ਕੇ ਰੱਖ ਲੈ, ਫਿਰ ਪਾਉਣੇ ਨੇ। ਇਹ ਯਾਦ ਰੱਖਿਓ, ਦਿਨ ਬਦਲ ਗਿਆ, ਤਰੀਕ ਬਦਲ ਗਈ। ਸਵੇਰੇ ਉੱਠ ਕੇ ਕੰਮ ਵਾਲੀ ਆਉਂਦੀ ਹੈ, ਝਾੜੂ ਲਾ ਕੇ ਘਰ ਦਾ ਕੂੜਾ ਕਰਕਟ ਕੱਢ ਦਿੰਦੀ ਹੈ। ਤਰੀਕ ਬਦਲੀ, ਦਿਨ ਬਦਲੀ, ਕੱਲ ਦਾ ਕੂੜਾ ਕਰਕਟ ਬਾਹਰ ਕੱਢ ਦਿੱਤਾ ਹੈ। ਕੱਲ ਦੇ ਜੂਠੇ ਭਾਂਡੇ ਧੋ ਕੇ ਰੱਖ ਲੈਨੇ, ਕੱਲ ਦੇ ਮੈਲੇ ਕੱਪੜੇ ਧੋ ਸਵਾਰ ਕੇ ਰੱਖ ਲੈਨੇ। ਓਏ ਸੱਜਣਾ, ਫਿਰ ਮਨ ਕੱਲ ਦਾ ਮੈਲਾ ਕਿਉਂ ਰੱਖਿਆ ਹੋਇਆ? ਜੇ ਕੋਈ ਕੱਲ ਘਰ ਵਿੱਚ ਗੱਲ ਹੋਈ, ਅੱਜ ਨਵਾਂ ਦਿਨ ਚੜਿਆ, ਕੱਢ ਦੇ ਉਹਨੂੰ, ਨਵੇਂ ਸਿਰਿਓਂ ਸ਼ੁਰੂ ਕਰ। ਫਿਰ ਕੀ ਹੋਇਆ ਜੇ ਸੱਸ ਨੇ ਕੁਝ ਕਹਿ ਤਾ? ਤਾਂ ਕੱਲ ਕਿਹਾ ਸੀ ਨਾ, ਅੱਜ ਤੇ ਦਿਨ ਨਵਾਂ ਚੜਿਆ। ਫਿਰ ਕੀ ਹੋਇਆ ਜੇ ਵੱਡਿਆਂ ਨੇ, ਮਾਂ ਪਿਓ ਨੇ ਕੁਝ ਕਿਹਾ? ਫਿਰ ਕੀ ਹੋਇਆ ਜੇ ਪਤੀ ਪਤਨੀ ਵਿੱਚ ਕੱਲ ਕੋਈ ਗੱਲ ਹੋਈ? ਉਹ ਤਾਂ ਕੱਲ ਹੋਈ ਸੀ, ਅੱਜ ਤਾਂ ਨਵਾਂ ਦਿਨ ਸ਼ੁਰੂ ਹੋਇਆ। ਜੇ ਕੱਲ ਦੇ ਭਾਂਡੇ ਨਹੀਂ ਜੂਠੇ ਰੱਖੇ, ਕੱਲ ਦੀਆਂ ਜੂਠੀਆਂ ਗੱਲਾਂ ਕਿਉਂ ਰੱਖੀਆਂ ਹੋਈਆਂ ਨੇ? ਜੇ ਕੱਲ ਦੇ ਮੈਲੇ ਕੱਪੜੇ ਨਹੀਂ ਰੱਖੇ, ਉਹ ਧੋ ਕੇ ਰੱਖ ਲਏ ਨੇ, ਫਿਰ ਕੱਲ ਦੀਆਂ ਮੈਲੀਆਂ ਗੱਲਾਂ ਕਿਉਂ ਮਨ 'ਚ ਰੱਖੀਆਂ ਨੇ? ਕੱਢ ਦਿਓ, ਨਵੇਂ ਸਿਰਿਓਂ ਸ਼ੁਰੂ। ਇਹ ਕਦੋਂ ਹੋਣਾ? ਜਦੋਂ ਗੁਰੂ ਦੀ ਗੱਲ ਮੰਨੀ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਪੜੋ ਸੋ ਭਲ ਕੇ ਉਠ ਹਰ ਨਾਮ ਧਿਆਵੇ। ਅਪਡੇਟ ਕਰੇ, ਰੋਜ਼ ਵਾਹਿਗੁਰੂ ਕਵੇ, ਰੋਜ਼ ਵਾਹਿਗੁਰੂ ਕਵੇ, ਫਿਰ ਬਦਲਾਅ ਹੋਣਾ। ਆਪਾਂ ਕੀ ਕਰਦੇ ਹਾਂ? ਗੁਰੂ ਨੇ ਤਾਂ ਕਿਹਾ ਸੀ ਭਲ ਕੇ ਉਠ ਹਰ ਨਾਮ ਧਿਆਵੇ, ਤੇ ਆਪਾਂ ਤਾਂ ਸਵੇਰੇ ਉੱਠ ਕੇ ਪਹਿਲਾਂ WhatsApp ਚਲਾਵੇ। ਏਦਾਂ ਕਰਦੇ ਨਾ, ਪਹਿਲਾਂ WhatsApp, ਪਹਿਲਾਂ Facebook। ਸਾਰੇ ਕਲੇਸ਼ ਤਾਂ ਲੋਕਾਂ ਦੇ ਪਹਿਲਾਂ ਤੁਸੀਂ ਦਿਮਾਗ 'ਚ ਪਾ ਲਿਆ, ਵਾਹਿਗੁਰੂ ਕਿੱਥੇ ਪੈਣਾ? ਪਹਿਲਾਂ ਉੱਠਦੇ ਆ ਸਾਰ ਵਾਹਿਗੁਰੂ, ਫਸਟ ਵਰਕ ਐਵਰੀ ਡੇ ਵਾਹਿਗੁਰੂ ਵਾਹਿਗੁਰੂ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉਠਰ ਨਾਮ ਧਿਆਵੇ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਮੈਂ ਤੈਨੂੰ ਏਦਾਂ ਕਹਿੰਦਾ ਹੁੰਦਾ, ਸਾਧ ਸੰਗਤ, ਤੁਸੀਂ ਆਪਣੇ ਘਰ ਬੈਠੇ ਹੋ ਨਾ ਦਿੱਲੀ, ਕੋਈ ਬੰਬੇ ਬੈਠਾ ਹੈ, ਕੋਈ ਬੈਂਗਲੌਰ ਬੈਠਾ ਹੈ ਸਿੱਖ, ਹੁਣ ਉਹ ਰੋਜ਼ ਤੇ ਨਹੀਂ ਅੰਮ੍ਰਿਤਸਰ ਜਾ ਕੇ ਨਹਾ ਸਕਦੇ। ਜਿੱਦਣ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਇਸ਼ਨਾਨ ਕਰਦੇ ਹੋ, ਉਦੋਂ ਐਂ ਲੱਗਦਾ ਵੀ ਜਿਵੇਂ ਬਹੁਤ ਭਾਰ ਉਤਰ ਗਿਆ, ਹਲਕੇ ਜਿਹੇ ਹੋ ਗਏ, ਬੜੀ ਖੁਸ਼ੀ ਜੇ ਮਹਿਸੂਸ ਹੋਈ ਹੈ। ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ, ਉਹ ਸਿੱਖਾ ਰੋਜ਼ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਜਪੀ, ਆਲਸ ਨਾ ਕਰੀ, ਉੱਠ ਕੇ ਇਸ਼ਨਾਨ ਕਰੀ, ਇਸ਼ਨਾਨ ਕਰਕੇ ਗੁਰੂ ਦੀ ਬਾਣੀ ਪੜ੍ਹੀ, ਤੇ ਤੈਨੂੰ ਪਤਾ ਕੀ ਮਹਿਸੂਸ ਹੋਣਾ ਹੈ? ਜਦੋਂ ਸਵੇਰੇ ਵਾਹਿਗੁਰੂ ਵਾਹਿਗੁਰੂ ਜਪ ਕੇ ਇਸ਼ਨਾਨ ਕਰੇਗਾ, ਤੈਨੂੰ ਐਂ ਲੱਗਣਾ ਜਿਵੇਂ ਤੂੰ ਸ੍ਰੀ ਅੰਮ੍ਰਿਤਸਰ ਨਹਾ ਕੇ ਆਇਆ। ਐਵਰੀ ਡੇ ਤੈਨੂੰ ਐਂ ਲੱਗਣ ਲੱਗ ਪੈਣਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉਠਰ ਨਾਮ ਧਿਆਵੇ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਇਹਦੇ ਅਰਥ ਭਾਵੇਂ ਸਤ ਸੰਗਤ ਵਿੱਚ ਜਾਣਾ ਵੀ ਲਿਖਿਆ, ਪਰ ਇਹ ਵੀ ਸੱਚ ਹੈ। ਤੁਸੀਂ ਘਰ ਵਿੱਚ ਇਸ਼ਨਾਨ ਕਰਕੇ ਵਾਹਿਗੁਰੂ ਵਾਹਿਗੁਰੂ ਜਪੋ, ਬਾਣੀ ਪੜੋ, ਤੁਹਾਨੂੰ ਐਂ ਲੱਗਣ ਲੱਗ ਪੈਣਾ ਅੱਜ ਵੀ ਅੰਮ੍ਰਿਤਸਰ ਨਾ ਆਇਆ। ਫਿਰ ਉਹ ਘਰ ਵਿੱਚ ਕਲ ਕਲੇਸ਼ ਰਹਿ ਨਹੀਂ ਸਕਦਾ। ਫਿਰ ਇੱਕ ਦਿਨ ਆਹ ਸਰੀਰ ਵੀ ਤੁਹਾਡਾ ਹਰਮੰਦਰ ਹੋਣ ਲੱਗ ਪੈਣਾ। ਇਸ ਤੋਂ ਅੱਗੇ ਦੀ ਵਿਆਖਿਆ ਮੈਂ ਨਹੀਂ ਕਰਾਂਗਾ, ਉਹਦੇ ਵਾਸਤੇ ਕਾਫੀ ਅੱਗੇ ਜ਼ਰੂਰਤ ਹੈ ਉਹਨੂੰ ਸਮਝਣ ਦੀ। ਹਰ ਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਦੀ ਵਰਡ ਇਜ਼ ਦਾ ਟੈਂਪਲ ਆਫ ਗੋਡ। ਤੇਰਾ ਸਰੀਰ ਹੀ ਰੱਬ ਦਾ ਸੁਨਹਿਰੀ ਮੰਦਰ ਹੈ। ਪਰ ਇਹ ਕਦੋਂ ਬਣਨਾ? ਪਹਿਲਾਂ ਸ਼ੁਰੂਆਤ ਇੱਥੋਂ ਕਰ। ਰੋਜ਼ ਉੱਠਦੇ ਆਂ ਕਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਅਪਡੇਟ ਹੋ ਰਿਹਾ ਹੈ, ਇਹ ਐਂਟੀ ਵਾਇਰਸ ਸੌਫਟਵੇਅਰ ਹੈ ਗੁਰੂ ਦਾ ਸ਼ਬਦ। ਗੁਰ ਕਾ ਸ਼ਬਦ ਕੱਟ ਹੈ ਕੋਟ ਕਰਮ। ਇਹਨੇ ਪਿਛਲੀਆਂ ਗੱਲਾਂ ਕੱਲ ਦੀਆਂ ਕੱਟ ਦੇਣੀਆਂ, ਜੇ ਨਹੀਂ ਕੱਟ ਹੋਈਆਂ ਦੋਸ਼ ਤੇਰਾ ਹੈ।
ਤੈਨੂੰ ਤਾਂ ਗੁਰੂ ਨੇ ਰੋਜ਼ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਪੜੋ ਕਰ ਇਸ਼ਨਾਨ ਸਿਮਰ ਪ੍ਰਭ ਮਨ ਤਨ ਭਏ ਆਰੋਗਾ। ਕੋਟ ਬਿਗਨ ਲਾਤੇ ਪ੍ਰਭ ਸ਼ਰਣਾ ਪ੍ਰਗਟੇ ਬਲੇ ਸੰਜੋਗਾ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਆਪਾਂ ਬਾਣੀ ਨਾਲ ਜੁੜੀਏ, ਨਾਮ ਨਾਲ ਜੁੜੀਏ, ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ। ਇਹ ਜ਼ਰੂਰ ਸਮਝਾਓ ਬੇਟਾ ਜ਼ਿੰਦਗੀ ਵਿੱਚ ਬਹੁਤ ਔਕੜਾਂ ਆਉਂਦੀਆਂ ਨੇ, ਦੁੱਖ ਸੁੱਖ ਹਰਕ ਸੋਖ ਖੁਸ਼ੀ ਗਮ ਤੰਦਰੁਸਤੀ ਰੋਗ ਦਾ ਨਾਮ ਹੀ ਜ਼ਿੰਦਗੀ ਹੈ। ਇਹਦੇ ਵਿੱਚ ਕਦੇ ਹਾਰਨਾ ਨਹੀਂ ਹੈ, ਕਦੇ ਇੱਕ ਦੂਜੇ ਦਾ ਸਾਥ ਨਹੀਂ ਛੱਡਣਾ। ਇਸੇ ਲਈ ਗੁਰੂ ਦੇ ਚਰਨਾਂ ਵਿੱਚ ਜਦੋਂ ਲਾਵਾਂ ਹੁੰਦੀਆਂ ਨੇ ਉਦੋਂ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਦੇ ਨੇ, ਭਾਈ ਇਹਦੇ ਵਿੱਚ ਦ੍ਰਿੜਾਇਆ ਕਰਮ ਆਵੇ। ਬਾਣੀ ਬ੍ਰਹਮਾ ਬੇ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਇਹ ਤੁਹਾਡੇ ਕਰਾਏ ਹੋਏ ਸਮਾਗਮ ਸਫਲ ਹੋਣ। ਮੈਨੂੰ ਆਸ ਹੈ ਬਹੁਤ ਕੁਝ ਇਹਦੇ ਵਿੱਚੋਂ ਮਿਲੇਗਾ ਸਾਨੂੰ, ਇਹ ਜ਼ਰੂਰਤ ਹੈ। ਅੱਜ ਇਹਨਾਂ ਚੀਜ਼ਾਂ ਤੇ ਸੈਮੀਨਾਰ ਹੋਣੇ ਚਾਹੀਦੇ ਨੇ, ਇਹਨਾਂ ਗੱਲਾਂ ਉੱਤੇ ਇਹ ਸਟੱਡੀ ਗੁਰਦੁਆਰਿਓਂ ਹੋਣੀ ਚਾਹੀਦੀ ਹੈ। ਇਹ ਸਮਝਾਉਣਾ ਚਾਹੀਦਾ ਕਿ ਗ੍ਰਸਤ ਮਾਰਗ ਤੇ ਕਿਵੇਂ ਚੱਲਣਾ, ਕੀ ਕਰਨਾ, ਇਹ ਬਹੁਤ ਜ਼ਰੂਰੀ ਹੈ। ਅਸੀਂ ਵੇਸ ਤੋਂ ਟੁੱਟਦੇ ਜਾ ਰਹੇ। ਜਿਹੜੀ ਚੀਜ਼ ਦਾ ਵੇਸ ਕਮਜ਼ੋਰ ਹੋ ਜਾਏ ਉਹ ਬਿਲਡਿੰਗਾਂ ਉੱਚੀਆਂ ਹੋ ਕੇ ਵੀ ਡਿੱਗ ਪੈਂਦੀਆਂ ਨੇ। ਅੱਜ ਅਸੀਂ ਤਰੱਕੀ ਬਹੁਤ ਕਰ ਲਈ ਹੈ, ਪਰ ਕਿਤੇ ਥੱਲਿਓਂ ਵੇਸ ਤੋਂ ਨਾ ਰਹਿ ਜਾਈਏ। ਉਹ ਜ਼ਰੂਰ ਸਮਝਾਉਣ ਦੀ ਲੋੜ ਹੈ। ਆਨੰਦ ਕਾਰਜ ਦੀ ਅਹਿਮੀਅਤ ਜ਼ਰੂਰ ਸਮਝਾਓ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਇਹ ਜੋ ਸਮਾਗਮ ਸੱਚੇ ਮੇਲ ਮਿਲਾਏ ਗੁਰਬਾਣੀ ਵਿਰਸਾ ਸੰਭਾਲ ਇਹਨਾਂ ਨੇ ਉਦਮ ਕੀਤਾ ਪ੍ਰਬੰਧਕਾਂ ਨੇ, ਮੈਂ ਇਹਨਾਂ ਦਾ ਧੰਨਵਾਦ ਹਾਂ। ਸਹਿਯੋਗ ਦਿੱਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਇਹ ਤੁਹਾਡੇ ਸਮਾਗਮ ਤੋਂ ਅੱਗੇ ਵੀ ਜਾਗ ਲੱਗੇਗਾ। ਔਰ ਇੱਕ ਚੀਜ਼ ਮੈਂ ਇਹਦੇ ਵਿੱਚੋਂ ਅੱਗੇ ਸਿੱਖ ਕੇ ਲੈ ਕੇ ਜਾ ਰਿਹਾ। ਅਸੀਂ ਕੋਸ਼ਿਸ਼ ਕਰਾਂਗੇ, ਕਿਉਂ ਮੈਂ ਡਾਕਟਰ ਸਾਹਿਬ ਦਾ ਵੀ ਬਚਨ ਸੁਣੇ ਨੇ, ਗੱਲਾਂ ਕਰ ਰਹੇ ਸੀ, ਜਦੋਂ ਸੰਵਾਦ ਖਤਮ ਹੋ ਜਾਏ ਫਿਰ ਕਈ ਚੀਜ਼ਾਂ ਤੇ ਰੋਕ ਲੱਗ ਜਾਂਦੀ, ਉਹਦਾ ਵਧਣਾ ਬੰਦ ਹੋ ਜਾਂਦਾ ਹੈ। ਅੱਜ ਸਾਡੇ ਪ੍ਰਚਾਰਕਾਂ ਦਾ, ਕੀਰਤਨੀਆਂ ਦਾ ਆਪਸ ਵਿੱਚ ਹੀ ਸੰਵਾਦ ਜਿਹੜਾ ਉਹ ਬਹੁਤ ਜ਼ਰੂਰੀ ਹੈ। ਵਿਚਾਰ ਇਕੱਠੇ ਹੋਣਾ, ਗੁਰਮੁਖ ਵੈਸੋ ਸਫਾ ਵਿਛਾਏ ਵਾਲੀ ਗੱਲ ਖਤਮ ਹੋ ਗਈ ਹੈ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਆਪਸ ਵਿੱਚ ਹੀ ਸਾਡੀ ਵਿਚਾਰ ਤਾਲਮੇਲ ਵਧੇ, ਤਾਂ ਜੋ ਇੱਕ ਦੂਜੇ ਦੀਆਂ ਕਮੀਆਂ ਜਿਹੜੀਆਂ ਨੇ ਉਹ ਸੰਗਤ ਵਿੱਚ ਬਹਿ ਕੇ ਸਾਨੂੰ ਪਤਾ ਲੱਗਦੀਆਂ, ਫਿਰ ਅਸੀਂ ਉਹਨੂੰ ਸੁਧਾਰਦੇ ਹਾਂ। ਦੂਜਿਆਂ ਦਾ ਜੀਵਨ ਵੇਖ ਕੇ ਚਾਉ ਪੈਦਾ ਹੁੰਦਾ। ਤਿਨਾਂ ਦੇਖ ਮਨ ਚਾਉ ਉਠੰਦਾ, ਹੁਣ ਕਦ ਪਾਈ ਗੁਣ ਤਾਸਾ। ਮੈਂ ਇੰਦੌਰ ਤੋਂ ਚੱਲਿਆ, ਫਲਾਈਟ ਲੈਣੀ ਸੀ, ਤਾਂ ਜਦੋਂ ਉੱਥੋਂ ਗੁਰਦੁਆਰਾ ਸਾਹਿਬ ਤੁਰਨ ਲੱਗੇ ਨਾ ਅਸੀਂ, ਤਾਂ ਇੱਕ ਭੈਣ ਜੀ ਆਏ ਮਿਲਣ, ਤੇ ਉਹ ਮਹਾਰਾਜ ਦੀ ਕਿਰਪਾ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਕਿਣਕਾ ਮਾਤਰ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਗਿਆ, ਉਹਨਾਂ ਦਾ ਚਿਹਰੇ ਦਾ ਨੂਰ ਦੱਸਦਾ ਇਹਦੇ ਕੋਲ ਕੁਛ ਹੈ। ਤਾਂ ਉਹ ਭੈਣ ਨੇ ਜਦੋਂ ਆ ਕੇ ਫਤਿਹ ਬੁਲਾਈ, ਮੈਂ ਉਹਨੂੰ ਪੁੱਛਿਆ, ਭੈਣ ਕਿ ਕਿੰਨੀ ਬਾਣੀ ਪੜ੍ਹਦੇ ਹੋ ਤੁਸੀਂ, ਕਿੰਨੀ ਕੁ ਬਾਣੀ ਪੜ੍ਹਦੇ ਹੋ? ਤੇ ਜਿਹੜੀ ਗੱਲ ਉਹਨੇ ਕਹੀ, ਮੈਨੂੰ ਤਾਂ ਐਂ ਲੱਗਿਆ ਸੀ ਉਹ ਮੈਨੂੰ ਹੱਥ ਜੋੜ ਕੇ ਚੁੱਕ ਕੇ ਫਤਿਹ ਬੁਲਾ ਰਹੀ ਹੈ ਕਿ ਮੈਂ ਕਥਾਵਾਚਕ ਹਾਂ, ਮੈਨੂੰ 15-20 ਸਾਲ ਹੋ ਗਏ ਮੈਨੂੰ ਕਥਾ ਕਰਦਿਆਂ। ਵਾਈਸ ਮੈਨੂੰ ਆਪਣੇ ਆਪ 'ਚ ਲੱਗ ਰਿਹਾ ਸੀ, ਪਰ ਜਿਹੜੀ ਗੱਲ ਉਹਨੇ ਕਹੀ, ਉਹ ਕਹਿੰਦੀ ਨਾ ਵੀਰ ਜੀ ਸਤਿਗੁਰੂ ਜੀ ਸੇਵਾ ਲੈ ਲੈਂਦੇ ਆ ਤੇ ਰੋਜ਼ 1:30 ਵਜੇ ਜਾਗ ਮਹਾਰਾਜ ਕਿਰਪਾ ਕਰਦੇ ਖੁੱਲ੍ਹ ਜਾਂਦੀ ਹੈ। ਇਸ਼ਨਾਨ ਕਰਕੇ ਅੱਧਾ ਘੰਟਾ ਮੂਲ ਮੰਤਰ, 15 ਮਿੰਟ ਵਾਹਿਗੁਰੂ ਗੁਰ ਮੰਤਰ, ਫਿਰ ਉਸ ਤੋਂ ਬਾਅਦ ਇੱਕ ਸੁਖਮਨੀ ਸਾਹਿਬ, 5 ਬਾਣੀਆਂ ਦਾ ਨਿਤਨੇਮ ਆਸਾ ਦੀ ਵਾਰ, ਤੇ ਫਿਰ ਮੈਂ ਨਾ ਜੋਬ ਤੇ ਜਾਨੀ, ਆ ਕੇ ਫਿਰ ਸਹਿਜ ਪਾਠ, ਸ਼ਾਮਾਂ ਨੂੰ ਰਹਿਰਾਸ ਸਾਹਿਬ ਦਾ ਪਾਠ ਹੋ ਜਾਂਦਾ, ਤੇ 45 ਮਿੰਟ ਸ਼ਾਮੀ ਸਾਰੇ ਅਸੀਂ ਬਹਿ ਕੇ ਸਿਮਰਨ ਕਰ ਲਈਦਾ। ਜਦੋਂ ਉਹਦੀ ਮੈਂ ਇੰਨਾ ਸਿਮਰਨ, ਇੰਨੀਆਂ ਬਾਣੀਆਂ ਦਾ ਪਾਠ ਸੁਣਿਆ, ਤਾਂ ਸਾਧ ਸੰਗਤ ਤਿਨਾਂ ਦੇਖ ਮਨ ਚਾਉ ਉਠੰਦਾ, ਮਨ ਚ ਆਇਆ ਉਹ ਮਨਾ ਸਾਡਾ ਤਾਂ 5 ਬਾਣੀਆਂ ਦਾ ਪੂਰਾ ਨਹੀਂ ਹੁੰਦਾ ਸਾਰੇ ਦਿਨ 'ਚ, ਇਹ ਭੈਣ ਕਿੰਨੀ ਬਾਣੀ ਪੜ੍ਹਦੀ ਹੈ, ਸੁਖਮਨੀ ਸਾਹਿਬ, ਸਹਿਜ ਪਾਠ, ਆਸਾ ਦੀ ਵਾਰ, 5 ਬਾਣੀਆਂ। ਇਹ ਸਤਿਗੁਰ ਦੀ ਕਿੰਨੀ ਬਖਸ਼ਿਸ਼। ਉਹਦੀਆਂ ਗੱਲਾਂ ਦਾ ਅਸਰ ਇੰਨਾ ਰਿਹਾ, ਇੰਦੌਰ ਤੋਂ ਫਲਾਈਟ ਦਿੱਲੀ ਤੱਕ, ਦਿੱਲੀ ਤੋਂ ਮੇਰੇ ਪੰਜਾਬ ਤੱਕ ਉਹਨਾਂ ਗੱਲਾਂ ਦਾ ਅਸਰ ਰਿਹਾ। ਔਰ ਪਾਤਸ਼ਾਹ ਨੇ ਕਈ ਜਪਜੀ ਸਾਹਿਬ ਦੀ ਪਾਠ ਦੀ ਸੇਵਾ ਲਈ, ਤੇ ਮਨ 'ਚ ਵਾਰ-ਵਾਰ ਰੋਣਾ ਆਇਆ, ਤੂੰ ਕਾਹਦਾ ਕਥਾਵਾਚਕ ਹੈ, ਤੇਰੇ ਨਾਲੋਂ ਵੱਧ ਤਾਂ ਬਾਣੀ ਪੜ੍ਹਨ ਵਾਲੇ ਬਹੁਤ ਬੈਠੇ। ਇਹ ਸੰਗਤ ਵਿੱਚ ਆ ਕੇ ਆਪਾਂ ਨੂੰ ਸਮਝ ਆਉਂਦੀ ਭਾਈ। ਇਸੇ ਲਈ ਗੁਰਮੁਖ ਵੈਸੋ ਸਫਾ ਵਿਛਾਏ, ਗੁਰੂ ਕਿਰਪਾ ਕਰੇ, ਅਸੀਸਾਂ ਦਿਓ ਤੁਸੀਂ, ਤੁਹਾਡੀ ਚਰਨ ਧੂੜ ਨਾਲ ਸਾਡਾ ਵੀ ਜੀਵਨ ਜਨਮ ਸਫਲ ਹੋਵੇ। ਅਗਲਾ ਪ੍ਰੋਗਰਾਮ ਸਰਵਣ ਕਰੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹ ਵੀਡੀਓ ਆਪ ਜੀ ਨੂੰ ਕਿਹੋ ਜਿਹੀ ਲੱਗੀ? ਵੀਡੀਓ ਪਸੰਦ ਆਈ ਇਸ ਨੂੰ ਲਾਈਕ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਬਾਬਾ ਜੀ ਚੈਨਲ 'ਤੇ ਨਿਤ ਨਵੀਂ ਵੀਡੀਓ ਦੇਖਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ। ਆਪ ਜੀ ਦੀ ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਸ਼ੁਕਰੀਆ।